ਹੈਲੋ ਸਟੂਡੈਂਟਸ। ਸੋ ਟੀਵੀ ਸਕੂਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਆਪਾਂ ਕਰ ਰਹੇ ਸੀ ਚੈਪਟਰ ਨਿਊਕਲੀਆਈ। ਸੋ ਉਹਦੇ ਵਿੱਚ ਆਪਾਂ ਫਿਲਹਾਲ 3 ਲੈਕਚਰਸ ਹਜੇ ਕੀਤੇ ਹਨ, ਜਿਹਦੇ ਵਿੱਚ ਆਪਾਂ ਪਿਛਲੇ ਲੈਕਚਰ 'ਚ ਗੱਲ ਕੀਤੀ ਸੀ ਅਬਾਊਟ ਦ ਨਿਊਕਲੀਅਰ ਬਾਈਂਡਿੰਗ એનર્ਜੀ। ਸੋ ਆਪਣਾ ਟੌਪਿਕ ਸੀ ਅਬਾਊਟ ਦ ਬਾਈਂਡਿੰਗ એનર્ਜੀ ਆਫ ਨਿਊਕਲੀਅਸ, ਜਿਹਦੇ ਵਿੱਚ ਮੈਂ ਦੱਸਿਆ ਸੀ ਕਿ ਬਾਈਂਡਿੰਗ એનર્ਜੀ ਦਾ ਕੀ ਮਤਲਬ ਹੈ। ਦੈਟ ਇਜ਼ ਦ એનર્ਜੀ ਜਿਹਦੇ ਕਰਕੇ ਜਿਹੜੇ ਨਿਊਕਲੀਓਨਸ ਹਨ, ਮਤਲਬ ਜਿਹੜੇ ਪ੍ਰੋਟੋਨਸ ਤੇ ਨਿਊਟਰੋਨਸ ਹਨ, ਉਹ ਨਿਊਕਲੀਅਸ 'ਚ ਬਾਉਂਡ ਹਨ, ਮਤਲਬ ਉਹਦੇ ਅੰਦਰ ਪ੍ਰੈਜ਼ੈਂਟ ਹਨ। ਕਿਸ એનર્ਜੀ ਕਰਕੇ? ਉਸ એનર્ਜੀ ਨੂੰ ਆਪਾਂ ਬੋਲਦੇ ਹਾਂ ਬਾਈਂਡਿੰਗ એનર્ਜੀ। ਐਂਡ ਉਹਨੂੰ ਆਪਾਂ ਕਿਸ ਤਰ੍ਹਾਂ ਮੈਜਰ ਕਰਦੇ ਹਾਂ, ਮਤਲਬ ਬਾਈਂਡਿੰਗ એનર્ਜੀ ਕਿੰਨੀ ਹੋਏਗੀ ਕਿਸੇ ਨਿਊਕਲੀਅਸ ਦੀ? ਇਟ ਇਜ਼ ਮੈਜਰਡ ਐਜ਼ ਜਾਂ ਗਿਵਨ ਐਜ਼। ਕਿਵੇਂ ਆਪਾਂ ਕੈਲਕੂਲੇਟ ਕਰਾਂਗੇ? ਬਾਈ ਦਾ ਵਰਕ ਰਿਕੁਆਇਰਡ। ਕਿੰਨਾ ਆਪਾਂ ਨੂੰ ਕੰਮ ਕਰਨਾ ਪਏਗਾ ਸੋ ਦੈਟ ਆਪਾਂ ਉਹ ਨਿਊਕਲੀਓਨਸ ਨੂੰ ਨਿਊਕਲੀਅਸ ਦੇ ਵਿੱਚੋਂ ਕੱਢ ਕੇ ਇਨਫਾਈਨਾਈਟ ਡਿਸਟੈਂਸ ਤੱਕ ਲੈ ਜਾਈਏ, ਸੋ ਦੈਟ ਜਿਹੜੀ ਉਹਨਾਂ ਦੇ ਵਿੱਚ ਇੰਟਰੈਕਸ਼ਨ ਹੈ, ਜਿਹੜੀ ਨਿਊਕਲੀਅਰ ਇੰਟਰੈਕਸ਼ਨ ਐਗਜ਼ਿਸਟ ਕਰ ਰਹੀ ਸੀ, ਉਹ ਜ਼ੀਰੋ ਹੋ ਜਾਵੇ। ਸੋ ਇਹ ਆਪਾਂ ਪੜ੍ਹਿਆ ਸੀ ਪਿਛਲੇ ਲੈਕਚਰ 'ਚ। ਨਾਲ ਦੀ ਨਾਲ ਆਪਾਂ ਇਹਦਾ ਕੰਸੈਪਟ ਪੜ੍ਹਨ ਤੋਂ ਬਾਅਦ ਐਕਸਪ੍ਰੈਸ਼ਨ ਵੀ ਦੇਖਿਆ ਕਿ ਆਪਾਂ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ ਦ ਬਾਈਂਡਿੰਗ એનર્ਜੀ ਆਫ ਅ ਨਿਊਕਲੀਅਸ। ਸੋ ਆਪਾਂ ਇਹਦਾ ਐਕਸਪ੍ਰੈਸ਼ਨ ਦੇਖਿਆ ਸੀ ਔਰ ਉਹਦੇ ਵਿੱਚ ਆਪਾਂ ਕੈਲਕੂਲੇਟ ਕੀਤਾ ਸੀ ਦ ਐਵਰੇਜ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਬਿਕੋਜ਼ ਆਪਾਂ ਡਿਨੋਮੀਨੇਟਰ 'ਚ ਕੀ ਲਿਖਿਆ ਸੀ? ਮਾਸ ਨੰਬਰ ਆਫ ਦ ਨਿਊਕਲੀਅਸ। ਸੋ ਇੱਥੋਂ ਦੀ ਆਪਾਂ ਇਹਨੂੰ ਕਿਵੇਂ ਡਿਫਾਈਨ ਕਰਦੇ ਹਾਂ? ਬਾਈਂਡਿੰਗ એનર્ਜੀ ਪਰ ਨਿਊਕਲੀਓਨ। ਸੋ ਇਹਦੀ ਵੈਲਿਊ ਆਈ ਸੀ ਆਪਣੇ ਕੋਲ 8.5 ਮੈਗਾ ਇਲੈਕਟ੍ਰੋਨ ਵੋਲਟ। ਸੋ ਦੈਟ ਇਜ਼ ਦ ਐਵਰੇਜ ਬਾਈਂਡਿੰਗ એનર્ਜੀ ਪਰ ਨਿਊਕਲੀਓਨ। ਦੈਨ ਆਪਾਂ ਇੱਕ ਗ੍ਰਾਫ ਕੀਤਾ ਜੋ ਬਹੁਤ ਇੰਪੋਰਟੈਂਟ ਸੀ। ਗ੍ਰਾਫ ਦੇ ਵਿੱਚ ਆਪਾਂ ਵੇਰੀਏਸ਼ਨ ਚੈੱਕ ਕੀਤੀ ਬਾਈਂਡਿੰਗ એનર્ਜੀ ਪਰ ਨਿਊਕਲੀਓਨ with respect to atomic number, sorry mass number is capital A। so ਆਪਾਂ ਵੇਰੀਏਸ਼ਨ ਚੈੱਕ ਕੀਤੀ ਕਿ ਜਿਵੇਂ ਜਿਵੇਂ ਮਾਸ ਨੰਬਰ ਇਨਕਰੀਜ਼ ਹੋ ਰਿਹਾ ਹੈ, ਸੋ ਫॉर ਲਾਈਟਰ ਐਲੀਮੈਂਟਸ ਆਪਣੀ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਕੀ ਸੀ? ਘੱਟ ਸੀ। ਸੋ ਜਿਵੇਂ ਜਿਵੇਂ ਮਾਸ ਨੰਬਰ ਇਨਕਰੀਜ਼ ਹੋਇਆ ਉਹਦੇ ਨਾਲ ਕੀ ਹੈ? ਉਹਦੇ ਵਿੱਚ ਚੇਂਜ ਆਈ, ਸੋ ਇਨਕਰੀਜ਼ ਹੋਈ। ਫਿਰ ਆਪਣੇ ਕੋਲ ਕੀ ਹੈ? ਇੱਕ ਬਿਲਕੁਲ ਆਲਮੋਸਟ ਇੱਕ ਬ੍ਰੌਡ ਮੈਕਸਿਮਮ ਆ ਰਿਹਾ ਸੀ, ਮਤਲਬ ਕਾਫੀ ਇੱਕ ਚੌੜੀ ਰੀਜਨ ਤੱਕ ਜਾਂ ਕਹਿ ਲਓ ਕਾਫੀ ਜ਼ਿਆਦਾ ਰੇਂਜ ਤੱਕ ਕੀ ਹੈ ਜਿਹੜੀ ਵੈਲਿਊ ਸੀ ਉਹ ਕੌਨਸਟੈਂਟ ਰਹਿ ਰਹੀ ਸੀ, ਮਤਲਬ ਤਕਰੀਬਨ 8.5 ਮੈਗਾ ਇਲੈਕਟ੍ਰੋਨ ਵੋਲਟ। ਔਰ ਉਸ ਤੋਂ ਬਾਅਦ ਅਗੇਨ ਜਦੋਂ ਆਪਾਂ ਹੈਵੀਅਰ ਐਲੀਮੈਂਟਸ ਵੱਲ ਗਏ ਫਿਰ ਤੋਂ ਕੀ ਹੈ ਉਹਦੀ ਵੈਲਿਊ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਦੀ ਵੈਲਿਊ ਡਿਕਰੀਜ਼ ਹੋਣੀ ਸ਼ੁਰੂ ਹੋ ਗਈ। ਸੋ ਉੱਥੋਂ ਆਪਾਂ ਇੰਪੋਰਟੈਂਸ ਬਾਰੇ ਕਨਕਲੂਡ ਕੀਤਾ ਸੀ ਨਿਊਕਲੀਅਰ ਫਿਜ਼ਨ ਔਰ ਨਿਊਕਲੀਅਰ ਫਿਊਜ਼ਨ ਨੂੰ ਆਪਾਂ ਕੀ ਹੈ ਇੱਥੋਂ ਕਿੱਦਾਂ ਐਕਸਪਲੇਨ ਕਰ ਸਕਦੇ ਹਾਂ। ਸੋ ਬਹੁਤ ਇੰਪੋਰਟੈਂਟ ਪਾਰਟ ਸੀ ਜੋ ਆਪਾਂ ਪਿਛਲੇ ਲੈਕਚਰਸ ਕਰਕੇ ਆਏ ਹਾਂ। ਸੋ ਉਸ ਤੋਂ ਬਾਅਦ ਹੁਣ ਆਪਾਂ ਅੱਜ ਆਪਣਾ ਅਗਲਾ ਪਾਰਟ ਸ਼ੁਰੂ ਕਰਦੇ ਹਾਂ। ਸੋ ਬਾਈਂਡਿੰਗ એનર્ਜੀ ਤੋਂ ਬਾਅਦ ਆਪਣਾ ਜਿਹੜਾ ਨੈਕਸਟ ਟੌਪਿਕ ਹੈ ਜੋ ਆਪਾਂ ਅੱਜ ਸ਼ੁਰੂ ਕਰਾਂਗੇ ਦੈਟ ਇਜ਼ ਰੇਡੀਓ ਐਕਟੀਵਿਟੀ। ਸੋ ਅੱਜ ਦਾ ਜਿਹੜਾ ਟੌਪਿਕ ਹੈ ਫਰਸਟ ਟੌਪਿਕ ਦੈਟ ਇਜ਼ ਰੇਡੀਓ ਐਕਟੀਵਿਟੀ। ਰੇਡੀਓ ਐਕਟੀਵਿਟੀ। ਸੋ ਜਦੋਂ ਆਪਾਂ ਯੂਨਿਟ ਸਟਾਰਟ ਕੀਤਾ ਸੀ, ਯੂਨਿਟ ਸਟਾਰਟ ਕਰਨਾ ਮਤਲਬ ਜਦੋਂ ਆਪਾਂ ਐਟਮਸ ਵਾਲਾ ਚੈਪਟਰ ਸ਼ੁਰੂ ਕੀਤਾ, ਸੋ ਉਦੋਂ ਸਟਾਰਟਿੰਗ ਦੇ ਵਿੱਚ ਵੀ ਮੈਂ ਕੀ ਹੈ ਰੇਡੀਓ ਐਕਟੀਵਿਟੀ ਦੀ ਥੋੜੀ ਜਿਹੀ ਡਿਸਕਸ਼ਨ ਕੀਤੀ ਸੀ। ਰੇਡੀਓ ਐਕਟੀਵਿਟੀ ਦੈਟ ਇਜ਼ ਇੱਕ ਫਿਨੋਮੀਨਨ ਹੈ, ਦੈਟ ਇਜ਼ ਅ ਫਿਨੋਮੀਨਨ ਇਨ ਵਿਚ ਜਾਂ ਫਿਰ ਫਿਨੋਮੀਨਨ ਆਫ emission of active radiations by some elements। ਸੋ ਕੁਝ ਐਲੀਮੈਂਟਸ ਹਨ ਨੇਚਰ 'ਚ ਆਪਣੇ ਕੀ ਹਨ? ਪ੍ਰੈਜ਼ੈਂਟ ਹਨ। ਸੋ ਉਹ ਕੀ ਹਨ? ਆਪਣੇ ਵਿੱਚੋਂ emission emit ਕਰਦੇ ਹਨ। ਕੀ emit ਕਰਦੇ ਹਨ? ਐਕਟਿਵ ਰੇਡੀਏਸ਼ਨਸ। ਸੋ ਐਕਟਿਵ ਰੇਡੀਏਸ਼ਨਸ ਦੇ ਵਿੱਚ ਵੀ ਮੈਂ ਦੱਸਿਆ ਸੀ ਕਿ ਐਕਟਿਵ ਰੇਡੀਏਸ਼ਨਸ 'ਚ ਕੀ ਆ ਸਕਦਾ ਹੈ। ਸੋ ਇਹਦੀ ਡਿਸਕਸ਼ਨ ਤੋਂ ਪਹਿਲੇ ਆਪਾਂ ਕੀ ਹੈ ਥੋੜੀ ਜਿਹੀ ਇਹਦੇ ਓਰੀਜਨ ਦੀ ਗੱਲ ਕਰੀਏ ਕਿ ਮਤਲਬ ਇਹ ਕਨਸੈਪਟ ਆਇਆ ਕਿੱਥੋਂ। ਸੋ ਫ੍ਰੈਂਚ ਫਿਜ਼ਿਸਿਸਟ ਸੀਗੇ, ਫ੍ਰੈਂਚ ਫਿਜ਼ਿਸਿਸਟ ਜਿਨ੍ਹਾਂ ਦਾ ਨਾਮ ਸੀ ਬੇਕੁਏਰਲ। ਸੋ ਨਾਮ ਮੈਂ ਲਿਖਣ ਜਾ ਰਹੀ ਹਾਂ। ਦੇयर वाज अ ਫ੍ਰੈਂਚ ਫਿਜ਼ਿਸਿਸਟ ਜਿਨ੍ਹਾਂ ਦਾ ਨਾਮ ਹੈ ਬੇਕੁਏਰਲ। ਸੋ ਇਨ ਅਬਾਊਟ 1896 ਸੋ ਉਦੋਂ ਦੀ ਇਹ ਗੱਲ ਹੈ, ਹੀ ਡਿਸਕਵਰਡ ਦੈਟ ਯੂਰੇਨੀਅਮ ਸੋਲਟਸ। ਸੋ ਯੂਰੇਨੀਅਮ ਕੀ ਹੈ? ਇੱਕ ਐਲੀਮੈਂਟ ਹੈ। ਸੋ ਯੂਰੇਨੀਅਮ ਸੋਲਟਸ ਨੂੰ ਕੀ ਹੈ ਇਹਨਾਂ ਨੇ ਕੈਪਟ ਮਤਲਬ ਰੱਖਿਆ ਇੱਕ ਜਗ੍ਹਾ ਤੇ, ਕੁਝ ਕਬਰਡ ਸੀ। ਸੋ ਕਬਰਡ 'ਚ ਉਹਨਾਂ ਨੇ ਪਲੇਸ ਕੀਤਾ। ਸੋ ਆਸ-ਪਾਸ ਕੀ ਹੈ ਉਹਦੇ ਕੁਝ ਇੱਕ ਮਤਲਬ ਇੱਕ ਪ੍ਰੂਫ ਵੀ ਸੀਗਾ। ਪ੍ਰੂਫ ਮੀਨਸ ਉਹਨੂੰ ਜੋ ਢੱਕ ਕੇ ਰੱਖ ਰਿਹਾ ਸੀਗਾ। ਸੋ ਹਲਕਾ ਜਿਹਾ ਇੱਕ ਲਾਈਟ ਜਿਹਾ ਪ੍ਰੂਫ ਵੀ ਸੀ। ਸੋ ਉਹਦੇ ਅੰਦਰ ਉਹਨੂੰ ਐਨਕਲੋਜ਼ ਕਰਕੇ ਰੱਖ ਕੇ ਘੰਟੇ ਉਹਦੇ ਵਿੱਚ ਰੱਖ ਦਿੱਤਾ ਗਿਆ ਕਬਰਡ ਦੇ ਵਿੱਚ। ਸੋ ਜਿਹੜੇ ਯੂਰੇਨੀਅਮ ਸੋਲਟ ਸੀ ਉਹਨਾਂ ਨੇ ਕੀ ਕੀਤਾ ਆਪਣੇ ਆਸ-ਪਾਸ ਜਿਹੜੀਆਂ ਫੋਟੋਗ੍ਰਾਫਿਕ ਪਲੇਟਸ। ਸੋ ਫੋਟੋਗ੍ਰਾਫਿਕ ਪਲੇਟ ਮੀਨਸ ਜਿਹਦੇ ਤੇ ਆਪਾਂ ਰੈਕਡ ਲੈਂਦੇ ਹਾਂ ਕਿ ਕੋਈ ਪਾਰਟੀਕਲ ਆ ਕੇ ਸਟਰਾਈਕ ਕਰ ਰਿਹਾ ਹੈ, ਜਾਂ ਜਿਵੇਂ ਆਪਾਂ ਗੱਲ ਕੀਤੀ ਸੀ ਇਨ ਦਾ ਕੇਸ ਆਫ ਅਟੋਮਿਕ ਸਪੈਕਟਰਾਸ, ਉਹਦੇ ਵਿੱਚ ਜਿਹੜੀ ਆਪਾਂ ਹਾਈਡਰੋਜਨ ਸਪੈਕਟਰਮ ਦੀ ਗੱਲ ਕੀਤੀ। ਸੋ ਉਹਦੇ ਜਿਹੜੇ ਸਾਰੇ ਸਪੈਕਟਰਾਸ ਰਿਕਾਰਡ ਕਰ ਰਹੇ ਸੀ ਆਪਾਂ, ਉਹਦੇ ਵਿੱਚ ਵੀ ਫੋਟੋਗ੍ਰਾਫਿਕ ਪਲੇਟ ਦੀ ਗੱਲ ਕਰ ਰਹੇ ਸੀ। ਸੋ ਉਹਦੇ ਤੇ ਸਾਰੇ ਰਿਕਾਰਡ ਆ ਰਹੇ ਸੀ। ਸੋ ਉਹੀ ਕੁਝ ਫੋਟੋਗ੍ਰਾਫਿਕ ਪਲੇਟ ਸੀਗੀਆਂ ਯੂਰੇਨੀਅਮ ਸੋਰਸ ਦੇ ਨਾਲ ਪਈਆਂ ਸੀ। ਸੋ ਯੂਰੇਨੀਅਮ ਸੋਰਸ ਨੇ ਕੀ ਹੈ ਉਹਨਾਂ ਨੂੰ ਇਫੈਕਟ ਕੀਤਾ, ਮਤਲਬ ਉਹਦੇ ਉੱਪਰ ਕੀ ਹੈ ਆਪਾਂ ਨੂੰ ਕੁਝ ਪੈਟਰਨਸ ਦਿਖਾਈ ਦਿੱਤੇ, ਕੁਝ ਰਿਕਾਰਡ ਕੀਤਾ ਉਹਨਾਂ ਨੇ। ਦੈਟ ਮੀਨਸ ਕਿ ਜਿਹੜਾ ਯੂਰੇਨੀਅਮ ਸੋਰਸ ਹੈ ਉਹਦੇ ਵਿੱਚੋਂ ਕੁਝ ਰੇਡੀਏਸ਼ਨਸ ਨਿਕਲ ਰਹੀਆਂ ਹਨ।
ਜਾਂ ਫਿਰ ਕੁਝ ਰੇਜ਼ ਨਿਕਲ ਰਹੀਆਂ ਹਨ। ਸੋ ਉਹਨਾਂ ਕਰਕੇ ਬਿਕੋਜ਼ ਉਹ ਕਿਹਦੇ ਦੁਆਰਾ ਫਾਈਂਡ ਆਊਟ ਕੀਤਾ ਗਿਆ ਸੀ, ਦੈਟ ਇਜ਼ ਬਾਈ ਦ ਸਾਇੰਟਿਸਟ ਜਾਂ ਫਿਜ਼ਿਸਿਸਟ ਬਿਕਵੇਰਲ। ਸੋ ਉਹਨਾਂ ਰੇਜ਼ ਨੂੰ ਨਾਮ ਦਿੱਤਾ ਗਿਆ ਬਿਕਵੇਰਲ ਰੇਜ਼। ਸੋ ਰੇਜ਼ ਨੂੰ ਕਿਹਾ ਗਿਆ ਬਿਕਵੇਰਲ ਰੇਜ਼। ਸੋ ਇੱਥੋਂ ਦੀ ਡਿਫਾਈਨ ਕੀਤਾ ਗਿਆ ਰੇਡੀਓ ਐਕਟੀਵਿਟੀ ਨੂੰ, ਦੈਟ ਵਾਟ ਇਜ਼ ਰੇਡੀਓ ਐਕਟੀਵਿਟੀ, ਕਿ ਕੁਝ ਐਲੀਮੈਂਟਸ ਹੁੰਦੇ ਹਨ ਉਹ ਕੀ ਕਰਦੇ ਹਨ, ਆਪਣੇ ਵਿੱਚੋਂ ਇਮਿਟ ਕਰਦੇ ਹਨ ਕੁਝ ਐਕਟਿਵ ਰੇਡੀਏਸ਼ਨਸ ਨੂੰ, ਜਿਹੜੇ ਕਿ ਫੋਟੋਗ੍ਰਾਫਿਕ ਪਲੇਟ ਨੂੰ ਇਫੈਕਟ ਕਰ ਸਕਦੇ ਹਨ। ਮਤਲਬ ਉਹਦੇ ਉੱਪਰ ਕੀ ਹੈ, ਕੋਈ ਪੈਟਰਨ ਰਿਕਾਰਡ ਹੋਏਗਾ, ਮਤਲਬ ਉਹਦੇ ਉੱਪਰ ਕੁਝ ਇਫੈਕਟ ਆਏਗਾ। ਸੋ ਆਪਾਂ ਉਹਨੂੰ ਕੀ ਹੈ ਦੇਖ ਸਕਦੇ ਹਾਂ। ਸੋ that are called radioactive elements। ਉਹ ਵਾਲੇ ਐਲੀਮੈਂਟਸ ਜਿਹੜੇ ਇਦਾਂ ਦਾ ਇਫੈਕਟ ਦੇਣਗੇ, ਸੋ ਉਹਨਾਂ ਐਲੀਮੈਂਟਸ ਨੂੰ ਆਪਾਂ ਬੋਲਦੇ ਹਾਂ radioactive elements। ਔਰ ਪ੍ਰੋਸੈਸ ਨੂੰ ਕੀ ਨਾਮ ਦਿੱਤਾ ਗਿਆ, the process is called radioactivity। ਸੋ ਇਨੀਸ਼ੀਅਲੀ ਜਿਹੜੀਆਂ ਰੇਜ਼, ਸੋ ਕਹਿ ਰਹੇ ਸੀ ਕਿ ਜਿਹੜੀਆਂ ਰੇਜ਼ ਇਮਿਟ ਹੋ ਰਹੀਆਂ ਹਨ ਉਹਨਾਂ ਦਾ ਨਾਮ ਰੱਖਿਆ ਗਿਆ ਸੀ ਬਿਕਵੇਰਲ ਰੇਜ਼। ਸੋ ਆਫਟਰ ਦੈਟ ਡਿਫਾਈਨ ਕੀਤਾ ਗਿਆ ਰੇਡੀਓ ਐਕਟੀਵਿਟੀ ਨੂੰ ਐਂਡ ਦੈਨ ਦ ਰੇਡੀਓ ਐਕਟਿਵ ਐਲੀਮੈਂਟਸ। ਸੋ ਜਿਵੇਂ ਮੈਂ ਪਹਿਲੇ ਹੀ ਦੱਸ ਚੁੱਕੀ ਹਾਂ ਕਿ ਰੇਡੀਓ ਐਕਟੀਵਿਟੀ ਕੀ ਹੈ, ਦੈਟ ਇਜ਼ ਦ phenomenon of emission of active radiations by some elements। so generally ਜਿਹੜੇ elements ਹੁੰਦੇ ਹਨ, heavier elements ਹੁੰਦੇ ਹਨ, ਜਿਹੜੇ ਕੀ ਹਨ ਰੇਡੀਓ ਐਕਟੀਵਿਟੀ ਸ਼ੋ ਕਰਦੇ ਹਨ। ਔਰ ਜਿਹੜੇ ਐਲੀਮੈਂਟਸ ਹੋਣਗੇ ਜਿਹੜੇ ਰੇਡੀਓ ਐਕਟੀਵਿਟੀ ਸ਼ੋ ਕਰਨਗੇ, ਉਹਨਾਂ ਐਲੀਮੈਂਟਸ ਨੂੰ ਆਪਾਂ ਕੀ ਬੋਲਾਂਗੇ, ਦੋਜ਼ ਐਲੀਮੈਂਟਸ ਆਰ ਕਾਲਡ ਐਜ਼ ਰੇਡੀਓ ਐਕਟਿਵ elements। ਸੋ ਇਸ phenomenon ਦਾ ਨਾਮ ਕੀ ਹੈ, that phenomenon is called radioactivity। ਹੁਣ ਗੱਲ ਹੋਈ ਕਿ ਰੇਡੀਓ ਐਕਟੀਵਿਟੀ ਤਾਂ ਠੀਕ ਹੈ, ਬਟ ਐਕਟਿਵ ਰੇਡੀਏਸ਼ਨਸ ਕੀ ਹੋਈਆਂ। ਸੋ ਐਕਟਿਵ ਰੇਡੀਏਸ਼ਨਸ ਦੇ ਵਿੱਚ ਕੀ ਹੈ, ਆਈਦਰ ਤਾਂ એનર્ਜੀ ਇਮਿਟ ਹੋ ਸਕਦੀ ਹੈ in the form of electromagnetic waves। so electromagnetic waves ਬਾਰੇ I think ਤੁਸੀਂ ਪਹਿਲੇ ਵੀ ਬਹੁਤ ਸੁਣਿਆ ਹੋਏਗਾ ਕਿ એનર્ਜੀ ਇਮਿਟ ਹੋ ਰਹੀ ਹੈ, ਬਟ ਕਿਸ ਫਾਰਮ ਦੇ ਵਿੱਚ, ਵੇਵਸ ਦੀ ਫਾਰਮ ਦੇ ਵਿੱਚ। ਕਿਹੜੀਆਂ ਵੇਵਸ, ਇਲੈਕਟ੍ਰੋਮੈਗਨੈਟਿਕ ਵੇਵਸ, ਜਿਹਦੇ ਵਿੱਚ ਕੀ ਹਨ ਇਲੈਕਟ੍ਰਿਕ ਔਰ ਮੈਗਨੈਟਿਕ ਫੀਲਡਸ ਆਪਸ ਦੇ ਵਿੱਚ ਪਰਪੈਂਡੀਕੂਲਰ ਡਾਇਰੈਕਸ਼ਨਸ ਦੇ ਵਿੱਚ ਕੀ ਹਨ, ਪ੍ਰੋਪਗੇਟ ਕਰਦੀਆਂ ਹਨ। ਸੋ ਆਈਦਰ ਦਾ એનર્ਜੀ ਇਮਿਟ ਹੋਏਗੀ ਜਾਂ ਫਿਰ ਕੀ ਹੋ ਸਕਦਾ ਹੈ, ਸੈਕਿੰਡ ਕੇਸ ਸਬ ਐਟੋਮਿਕ ਪਾਰਟੀਕਲਸ, ਮਤਲਬ ਐਟਮ ਦੇ ਵਿੱਚ ਜਿਹੜੇ ਪਾਰਟੀਕਲਸ ਹੁੰਦੇ ਹਨ ਲਾਈਕ ਇਲੈਕਟ੍ਰੋਨ, ਪ੍ਰੋਟੋਨ। ਸੋ ਸਬ ਐਟੋਮਿਕ ਪਾਰਟੀਕਲਸ ਕੀ ਹਨ, ਇਮਿਟ ਹੋ ਸਕਦੇ ਹਨ ਵਿਦ ਵੈਰੀ ਹਾਈ એનર્ਜੀ। ਸੋ ਉਹਨੂੰ ਆਪਾਂ ਕੀ ਬੋਲਦੇ ਹਾਂ, ਦੈਟ ਇਜ਼ ਕਾਲਡ ਦ ਐਕਟਿਵ ਰੇਡੀਏਸ਼ਨ। ਸੋ ਕੁਝ ਐਲੀਮੈਂਟਸ ਕੀ ਹਨ, ਐਕਟਿਵ ਰੇਡੀਏਸ਼ਨਸ ਇਮਿਟ ਕਰ ਰਹੇ ਹਨ, ਦੈਟ ਪ੍ਰੋਸੈਸ ਜਾਂ ਦੈਟ phenomenon is called radioactivity and that elements are called as radioactive elements। ਸੋ ਹੁਣ ਅਬਾਊਟ ਅਟੋਮਿਕ ਨੰਬਰ ਅਗਰ ਆਪਾਂ 82 ਦੇ ਅਬਵ ਦੀ ਗੱਲ ਕਰੀਏ, ਸੋ ਜਨਰਲੀ 82 ਅਟੋਮਿਕ ਨੰਬਰ ਤੋਂ ਉੱਪਰ ਵਾਲੇ ਜਿਹੜੇ ਐਲੀਮੈਂਟਸ ਪਾਏ ਜਾਂਦੇ ਹਨ, ਜਨਰਲੀ ਦੇ ਆਰ ਰੇਡੀਓ ਐਕਟਿਵ ਇਨ ਨੇਚਰ। ਸੋ ਰੇਡੀਓ ਐਕਟਿਵ ਇਨ ਨੇਚਰ ਦਾ ਕੀ ਮਤਲਬ ਹੈ, ਜਿਹੜੇ ਉਹਨਾਂ ਦੇ ਨਿਊਕਲੀਆਈ ਹੋਣਗੇ। ਸੋ ਸਭ ਦੇ ਵਿੱਚ ਇੱਕ ਨਿਊਕਲੀਅਸ ਪ੍ਰੈਜ਼ੈਂਟ ਹੈ। ਸੋ ਸਾਰਿਆਂ ਦੇ ਜਿਹੜੇ ਨਿਊਕਲੀਆਈ ਹਨ ਦੇ ਆਰ ਅਨਸਟੇਬਲ। ਸੋ ਰੇਡੀਓ ਐਕਟਿਵ ਮੀਨਸ ਕੁਝ ਰੇਜ਼ ਇਮਿਟ ਹੋ ਰਹੀਆਂ ਹਨ ਤਾਂ ਹੀ ਇਮਿਟ ਹੋਣਗੀਆਂ ਅਗਰ ਉਹਨਾਂ ਦਾ ਜਿਹੜੇ ਨਿਊਕਲੀਆਈ ਹਨ ਉਹ ਕੀ ਹਨ, ਅਨਸਟੇਬਲ ਹਨ। ਸੋ ਜਨਰਲੀ with atomic number greater than 82 ਉੱਪਰ ਵਾਲੇ ਸਾਰੇ ਕਿਹੜੇ ਹਨ, these are the radioactive elements ਜਿਨ੍ਹਾਂ ਦੇ ਜਿਹੜੇ ਨਿਊਕਲੀਆਈ ਹਨ they are very much unstable। ਸੋ ਅਗਰ ਕੁਝ ਐਗਜ਼ਾਮਪਲਸ ਦੇਣੀਆਂ ਹੋਣ, ਐਗਜ਼ਾਮਪਲਸ ਮੈਂ ਲਿਖ ਰਹੀ ਹਾਂ, that is radium। ਸੋ ਮੈਂ ਐਗਜ਼ਾਮਪਲਸ ਦੇ ਰਹੀ ਹਾਂ ਰੇਡੀਓਐਕਟਿਵ ਐਲੀਮੈਂਟਸ ਦੀਆਂ, ਰੇਡੀਅਮ, ਥੋਰੀਅਮ, then actinium, polonium एक्सेट्रा। सो इस तो इलावा भी होर काफ़ी सारे की हैं रेडियो एक्टिव एलीमेंट्स नेचर च पाए जाते हैं। सो ये सारे की हैं रेडियो एक्टिव एलीमेंट्स ਜਿਹੜੇ शो करते हैं रेडियो एक्टिविटी, मतलब इन्हां दे विचों की हैं कुछ एक्टिव रेडिएशंस निकलदियां हैं आइदर इन द फॉर्म ऑफ एनर्जी या फिर कुछ सब एटॉमिक पार्टिकल्स निकलणगे जिन्हां दी स्पीड की होएगी वेरी हाई। then ਹੁਣ ਜਿਹੜਾ ਰੇਡੀਓ ਐਕਟੀਵਿਟੀ ਵਾਲਾ ਫਿਨੋਮੇਨਾ ਹੈ, ਜਿਹੜਾ ਇਹ ਪ੍ਰੋਸੈਸ ਹੈ, ਇਹਦੇ ਉੱਪਰ ਕੀ ਹੈ, ਐਕਸਟਰਨਲ ਕੰਡੀਸ਼ਨਸ ਦਾ ਕੋਈ ਫਰਕ ਨਹੀਂ ਪੈਂਦਾ। ਐਕਸਟਰਨਲ ਕੰਡੀਸ਼ਨਸ ਮੀਨਸ ਟੈਂਪਰੇਚਰ ਜਾਂ ਪ੍ਰੈਸ਼ਰ, ਮਤਲਬ ਟੈਂਪਰੇਚਰ ਨੂੰ ਵੇਰੀ ਕਰੀਏ ਜਾਂ ਪ੍ਰੈਸ਼ਰ ਨੂੰ ਵੇਰੀ ਕਰੀਏ, ਉਹਨਾਂ ਨੂੰ ਚੇਂਜ ਕਰਨ ਦੇ ਨਾਲ ਜਿਹੜਾ ਰੇਡੀਓ ਐਕਟਿਵ ਪ੍ਰੋਸੈਸ ਹੈ ਉਹਦੇ ਉੱਪਰ ਕੀ ਹੈ, ਕੋਈ ਚੇਂਜ ਨਹੀਂ ਪੈਂਦਾ, ਮਤਲਬ ਕੋਈ ਚੇਂਜ ਨਹੀਂ ਆਉਂਦਾ। ਸੋ ਇੱਥੋਂ ਆਪਾਂ ਕੀ ਕਨਕਲੂਡ ਕਰਦੇ ਹਾਂ ਕਿ ਜਿਹੜਾ ਰੇਡੀਓ ਐਕਟੀਵਿਟੀ ਫਿਨੋਮੇਨਾ ਹੈ ਇਹ ਕੀ ਹੈ, ਇਹ ਜਿਹੜੇ ਆਰਬਿਟਲ ਇਲੈਕਟ੍ਰੋਨਸ ਹੈ ਉਹਨਾਂ ਦੇ ਮੋਸ਼ਨ ਤੋਂ ਅਰਾਈਜ਼ ਨਹੀਂ ਹੋਇਆ, ਮਤਲਬ ਇਹਦਾ ਉਹਨਾਂ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ। ਹੁਣ ਜਿਹੜੇ ਨਿਊਕਲੀਅਸ ਦੇ ਆਸ-ਪਾਸ ਜਿਹੜੇ ਇਲੈਕਟ੍ਰੋਨਸ ਹਨ ਦੇ ਆਰ ਕੰਟੀਨਿਊਸਲੀ ਰਿਵੋਲਵਿੰਗ, ਬਟ ਉਹਨਾਂ ਦਾ ਰੇਡੀਓ ਐਕਟੀਵਿਟੀ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈ। ਜਸਟ ਰੇਡੀਓ ਐਕਟੀਵਿਟੀ ਕੀ ਹੈ, ਇਟ ਰਿਲੇਟਸ ਟੂ ਦ ਹੈਵੀਅਰ ਐਲੀਮੈਂਟਸ। ਜਨਰਲੀ ਕਿਹੜੇ ਐਲੀਮੈਂਟਸ, ਬਿਕੋਜ਼ ਮੈਂ ਹੁਣੇ ਦੱਸਿਆ ਕਿ
atomic number 82 ਤੋਂ above ਜਿਹੜੇ elements ਪਾਏ ਜਾਂਦੇ ਹਨ these are radioactive in nature so generally ਜਿਹੜੇ heavier elements ਹਨ ਉਹ ਕੀ show ਕਰਦੇ ਹਨ they show the phenomenon of radioactivity so ਹੁਣ heavier elements ਹੀ ਕਿਉਂ ਸੋ ਅਗਰ ਆਪਾਂ ਆਪਣੇ ਪਿਛਲੇ ਲੈਕਚਰ ਨੂੰ ਥੋੜਾ ਯਾਦ ਕਰੀਏ ਜਿਹਦੇ 'ਚ ਆਪਾਂ ਗੱਲ ਕੀਤੀ ਸੀ ਐਵਰੇਜ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਸੋ ਉਹਦੇ ਜਿਹੜਾ ਆਪਾਂ ਗ੍ਰਾਫ ਸ਼ੋ ਕੀਤਾ ਸੀ ਗ੍ਰਾਫ ਦੇ ਵਿੱਚ ਆਪਾਂ ਕੀ ਦੇਖਿਆ ਕਿ ਜਿਵੇਂ ਜਿਵੇਂ ਮਾਸ ਨੰਬਰ ਇਨਕਰੀਜ਼ ਹੋ ਰਿਹਾ ਹੈ ਉਦਾਂ ਹੀ ਕੀ ਹੈ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਉਹ ਵੀ ਚੇਂਜ ਹੋ ਰਹੀ ਸੀ ਸੋ ਪਹਿਲੇ ਲਾਈਟਰ ਐਲੀਮੈਂਟਸ ਦੇ ਲਈ ਉਹਦੀ ਵੈਲਿਊ ਘੱਟ ਸੀ ਜਦ ਆਪਾਂ ਮਿਡਲ ਰੀਜਨ 'ਚ ਗਏ ਉਦੋਂ ਕੀ ਹੈ ਅਬਾਊਟ 8.5 ਦੇ ਤਕਰੀਬਨ ਵੈਲਿਊਜ਼ ਆ ਰਹੀਆਂ ਸੀ ਦੈਨ ਉਸ ਤੋਂ ਬਾਅਦ ਹੈਵੀਅਰ ਐਲੀਮੈਂਟਸ ਦੇ ਲਈ ਜਦ ਆਪਾਂ ਯੂਰੇਨੀਅਮ ਦੀ ਗੱਲ ਕੀਤੀ ਸੀ ਉੱਥੇ ਜਾ ਕੇ ਉਹਦੀ ਵੈਲਿਊ ਕੀ ਹੈ ਅਬਾਊਟ 7.7 ਮੈਗਾ ਇਲੈਕਟ੍ਰੋਨ ਵੋਲਟ ਆ ਰਹੀ ਸੀ ਸੋ ਅੱਗੇ ਜਾ ਕੇ ਕੀ ਹੈ ਉਹਦੀ ਵੈਲਿਊ ਘਟਦੀ ਜਾ ਰਹੀ ਸੀ ਸੋ ਘਟਣ ਦਾ ਮੈਂ ਕੀ ਰੀਜ਼ਨ ਦਿੱਤਾ ਸੀ ਦੈਟ ਕਿ ਜਿਵੇਂ ਜਿਵੇਂ ਆਪਾਂ ਹੈਵੀਅਰ ਐਲੀਮੈਂਟਸ ਵੱਲ ਜਾ ਰਹੇ ਹਾਂ ਹੈਵੀਅਰ ਐਲੀਮੈਂਟਸ ਵੱਲ ਜਾਣ ਦਾ ਕੀ ਮਤਲਬ ਹੈ A ਤਾਂ ਜ਼ਿਆਦਾ ਹੈ ਹੀ ਹੈ ਬਟ ਨਾਲ ਦੀ ਨਾਲ Z ਵੀ ਕੀ ਹੈ ਉਹਦਾ ਜ਼ਿਆਦਾ ਐਟੋਮਿਕ ਨੰਬਰ ਜ਼ਿਆਦਾ ਹੋਏਗਾ ਐਟੋਮਿਕ ਨੰਬਰ ਜ਼ਿਆਦਾ ਹੋਣ ਦਾ ਕੀ ਮਤਲਬ ਹੈ ਨੰਬਰ ਆਫ ਪ੍ਰੋਟੋਨਸ ਕੀ ਹੋਣਗੇ ਉਹ ਵੀ ਜ਼ਿਆਦਾ ਬਿਕੋਜ਼ ਨੰਬਰ ਆਫ ਪ੍ਰੋਟੋਨਸ ਕਿੱਥੋਂ ਪਤਾ ਲੱਗਦੇ ਹਨ ਜਿੰਨਾ ਉਹਦਾ Z ਹੁੰਦਾ ਹੈ ਜਾਂ ਫਿਰ ਜਿੰਨਾ ਉਹਦਾ ਐਟੋਮਿਕ ਨੰਬਰ ਹੁੰਦਾ ਹੈ ਨੰਬਰ ਆਫ ਪ੍ਰੋਟੋਨਸ ਵਧ ਰਹੇ ਹਨ ਸੋ ਨਿਊਕਲੀਅਸ ਦੇ ਵਿੱਚ ਕੀ ਹੈ ਨੰਬਰ ਆਫ ਪ੍ਰੋਟੋਨਸ ਵਧਦੇ ਜਾ ਰਹੇ ਹਨ ਜਿੰਨੇ ਜ਼ਿਆਦਾ ਪ੍ਰੋਟੋਨਸ ਹੋਣਗੇ ਉਨੀਆਂ ਜ਼ਿਆਦਾ ਉੱਥੇ ਕੀ ਹੋਣਗੀਆਂ ਰਿਪਲਸ਼ਨਸ ਹੋਣਗੀਆਂ ਬਿਕੋਜ਼ ਪੋਜ਼ਿਟਿਵ ਕੀ ਕਰਦੇ ਹਨ ਇੱਕ ਦੂਜੇ ਨੂੰ ਰਿਪੈਲ ਕਰਦੇ ਹਨ ਜ਼ਿਆਦਾ ਰਿਪਲਸ਼ਨ ਹੋਣ ਕਰਕੇ ਜਿਹੜਾ ਨਿਊਕਲੀਅਸ ਹੈ ਜਿਹੜੀ ਉਹਦੀ ਬਾਈਂਡਿੰਗ એનર્ਜੀ ਹੈ ਉਹ ਕੀ ਹੁੰਦੀ ਹੈ ਘਟਦੀ ਜਾਂਦੀ ਹੈ ਸੋ ਇਹੀ ਰੀਜ਼ਨ ਉਦੋਂ ਵੀ ਦਿੱਤਾ ਸੀ ਕਿ ਜਿਵੇਂ ਜਿਵੇਂ ਹੈਵੀਅਰ ਐਲੀਮੈਂਟਸ ਵੱਲ ਜਾ ਰਹੇ ਹਾਂ ਦੈਨ ਜਿਹੜੀ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਹੈ ਉਹ ਘਟਦੀ ਜਾ ਰਹੀ ਹੈ ਸੇਮ ਰੀਜ਼ਨ ਹੀ ਆਪਾਂ ਰੇਡੀਓ ਐਕਟੀਵਿਟੀ ਦੇ ਵਿੱਚ ਵੀ ਦੇ ਸਕਦੇ ਹਾਂ ਸੋ ਇਹਨੂੰ ਵੀ ਆਪਾਂ ਐਕਸਪਲੇਨ ਕਰ ਸਕਦੇ ਹਾਂ ਇਸ ਬੇਸਿਸ ਤੇ ਕਿ ਹੈਵੀਅਰ ਐਲੀਮੈਂਟਸ ਦੇ ਕੇਸ ਦੇ ਵਿੱਚ ਕਿਉਂ ਬਿਕੋਜ਼ ਹੈਵੀਅਰ ਐਲੀਮੈਂਟਸ ਦੇ ਕੇਸ ਦੇ ਵਿੱਚ ਜਿਹੜੀ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਹੈ ਉਹ ਘੱਟ ਹੈ ਜਿਹੜਾ ਨਿਊਕਲੀਅਸ ਹੈ ਉਹ ਕੀ ਹੈ ਲੈਸ ਸਟੇਬਲ ਹੋਣ ਕਰਕੇ ਉਹੀ ਫਿਨੋਮੇਨਾ ਸ਼ੋ ਕਰ ਸਕਦਾ ਹੈ ਕਿਹੜਾ ਫਿਨੋਮੇਨਾ ਰੇਡੀਓ ਐਕਟੀਵਿਟੀ ਦਾ ਬਿਕੋਜ਼ ਇਹਦੇ ਲਈ ਕੰਡੀਸ਼ਨ ਹੈ ਕਿ ਅਗਰ ਨਿਊਕਲੀਅਸ ਅਨਸਟੇਬਲ ਹੋਏਗਾ ਦੈਨ ਰੇਡੀਓ ਐਕਟੀਵਿਟੀ ਸ਼ੋ ਕਰੇਗਾ ਮਤਲਬ ਉਹ ਵਾਲਾ ਐਲੀਮੈਂਟ ਰੇਡੀਓ ਐਕਟੀਵਿਟੀ ਸ਼ੋ ਕਰੇਗਾ ਸੋ that is the reason ਕਿ ਜਿਹੜੇ ਹੈਵੀਅਰ ਐਲੀਮੈਂਟਸ ਹੁੰਦੇ ਹਨ they generally show the phenomena of radioactivity but lighter elements ਦੇ ਕੇਸ ਦੇ ਵਿੱਚ ਲਾਈਕ 80 ਤੋਂ ਨੀਚੇ ਜਿਹੜੇ ਐਲੀਮੈਂਟਸ ਹਨ in fact 82 ਤੋਂ ਨੀਚੇ ਉਹ ਕੀ ਹਨ they do not show the phenomenon of radioactivity ਉਹਨਾਂ ਦੇ ਵਿੱਚ ਰੇਡੀਓ ਐਕਟੀਵਿਟੀ ਕੀ ਹੈ ਨਹੀਂ ਪਾਈ ਜਾਂਦੀ ਸੋ ਇਸ ਤੋਂ ਬਾਅਦ ਇਹ ਸੀ ਜਸਟ ਆਪਣੀ ਜਨਰਲ ਡਿਸਕਸ਼ਨ ਕਿ ਰੇਡੀਓ ਐਕਟੀਵਿਟੀ ਕੀ ਹੈ ਕਿੱਦਾਂ ਡਿਫਾਈਨ ਕਰ ਸਕਦੇ ਹਾਂ that is the phenomenon of emission of active radiations by certain elements ਜਾਂ some elements certain means ਸਾਰੇ ਨਹੀਂ ਕਰਦੇ ਕੁਝ ਇੱਕ elements so ਜਿਨ੍ਹਾਂ ਦੇ ਵਿੱਚ generally heavier elements ਹੁੰਦੇ ਹਨ active radiations ਵੀ ਮੈਂ ਦੱਸੀਆਂ ਜਾਂ ਤਾਂ energy emit ਹੋਏਗੀ in the form of electromagnetic waves ਦੀ ਫਾਰਮ ਦੇ ਵਿੱਚ એનર્ਜੀ ਨਿਕਲ ਰਹੀ ਹੈ ਜਾਂ ਫਿਰ ਸਬ ਐਟੋਮਿਕ ਪਾਰਟੀਕਲਸ ਮਤਲਬ ਜਿਹੜੇ ਐਟਮ ਦੇ ਵਿੱਚ ਪਾਰਟੀਕਲਸ ਪਾਏ ਜਾਂਦੇ ਹਨ ਉਹ ਐਮਿਟ ਹੋਣਗੇ with very high speeds so that is called active radiation ਔਰ ਇਹ ਸੀ ਕੁਝ ਐਗਜ਼ਾਮਪਲਸ ਰੇਡੀਓ ਐਕਟਿਵ ਐਲੀਮੈਂਟਸ ਦੀਆਂ ਨਾਲ ਦੀ ਨਾਲ ਆਪਾਂ origin ਦੀ ਵੀ ਗੱਲ ਕੀਤੀ ਕਿ ਰੇਡੀਓ ਐਕਟੀਵਿਟੀ ਕੀ ਹੈ ਕਿਹੜੇ ਕੁਝ ਐਲੀਮੈਂਟਸ ਕਿਉਂ ਸ਼ੋ ਕਰਦੇ ਹਨ ਜਾਂ ਫਿਰ ਹੈਵੀਅਰ ਐਲੀਮੈਂਟਸ ਹੀ ਰੇਡੀਓ ਐਕਟੀਵਿਟੀ ਕਿਉਂ ਸ਼ੋ ਕਰਦੇ ਹਨ ਸੋ ਇਹ ਆਪਣੀ ਥੋੜੀ ਜੀ ਜਨਰਲ ਡਿਸਕਸ਼ਨ ਸੀ ਹੁਣ ਇਸ ਤੋਂ ਬਾਅਦ ਆਪਾਂ ਨੈਕਸਟ ਗੱਲ ਕਰਦੇ ਹਾਂ ਕਿ ਰੇਡੀਓ ਐਕਟੀਵਿਟੀ ਦੇ ਕੇਸ ਦੇ ਵਿੱਚ ਜਿਹੜੀਆਂ ਰੇਡੀਏਸ਼ਨਸ ਐਮਿਟ ਹੁੰਦੀਆਂ ਹਨ ਉਹਦੀਆਂ ਕੀ ਟਾਈਪਸ ਹਨ ਸੋ देयर आर 3 ਟਾਈਪਸ ਆਫ ਰੇਡੀਏਸ਼ਨਸ ਸੋ ਉਹਨਾਂ ਦੀ ਗੱਲ ਹੁਣ ਆਪਾਂ ਨੈਕਸਟ ਕਰਨ ਜਾ ਰਹੇ ਹਾਂ ਸੋ ਹੁਣ ਆਪਾਂ ਨੈਕਸਟ ਦੇਖਾਂਗੇ ਦ ਟਾਈਪਸ ਆਫ ਰੇਡੀਏਸ਼ਨਸ ਹੁਣ ਮੈਂ ਕਹਿ ਰਹੀ ਸੀ ਕਿ ਸਰਟਨ ਐਲੀਮੈਂਟਸ ਜਨਰਲੀ ਜਿਹੜੇ ਹੈਵੀਅਰ ਐਲੀਮੈਂਟਸ ਹੁੰਦੇ ਹਨ ਦੇ ਸ਼ੋ ਦ ਫਿਨੋਮੇਨਨ ਆਫ ਰੇਡੀਓ ਐਕਟੀਵਿਟੀ ਸੋ ਰੇਡੀਓ ਐਕਟੀਵਿਟੀ ਮਤਲਬ ਉਹ ਕੁਝ ਸਰਟਨ ਐਕਟਿਵ ਰੇਡੀਏਸ਼ਨਸ ਐਮਿਟ ਕਰਦੇ ਹਨ ਸੋ ਬਾਹਰ ਦਿੰਦੇ ਹਨ ਹੁਣ ਐਕਟਿਵ ਰੇਡੀਏਸ਼ਨਸ ਦੀ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਕਿਹੜੀਆਂ ਰੇਡੀਏਸ਼ਨਸ ਪੋਸੀਬਲ ਹਨ ਜਾਂ ਕਿਹੜੀਆਂ ਰੇਡੀਏਸ਼ਨਸ ਐਮਿਟ ਹੁੰਦੀਆਂ ਹਨ ਸੋ ਉਹਦੀਆਂ ਆਪਾਂ ਟਾਈਪਸ ਦੀ ਗੱਲ ਕਰਾਂਗੇ ਸੋ ਨੈਕਸਟ ਟੌਪਿਕ ਇਜ਼ 3 ਟਾਈਪਸ ਆਫ ਰੇਡੀਏਸ਼ਨਸ 3 ਤਰ੍ਹਾਂ ਦੀਆਂ ਰੇਡੀਏਸ਼ਨਸ ਹੁੰਦੀਆਂ ਹਨ ਜੋ ਕਿ ਰੇਡੀਓ ਐਕਟੀਵਿਟੀ ਫਿਨੋਮੇਨਾ ਦੇ ਥਰੂ ਕੀ ਹਨ ਬਾਹਰ ਆਉਂਦੀਆਂ ਹਨ ਜਾਂ ਐਮਿਟ ਹੁੰਦੀਆਂ ਹਨ ਸੋ ਆਪਾਂ ਉਹਨੂੰ ਕਲਾਸੀਫਾਈ ਕੀਤਾ ਹੈ ਔਨ ਦ ਬੇਸਿਸ ਆਫ ਪੈਨੀਟ੍ਰੇਸ਼ਨ ਪਾਰ ਪੈਨੀਟ੍ਰੇਸ਼ਨ ਕੀ ਹੈ ਲਾਈਕ ਆਪਣੇ ਕੋਲ ਕੋਈ ਮੈਟਰ ਹੈ ਮੈਟਰ ਮੀਨਸ ਸੋਲਿਡ ਵੀ ਹੋ ਸਕਦਾ ਹੈ ਲਿਕੁਇਡ ਜਾਂ ਗੈਸੀਅਸ ਕੋਈ ਵੀ ਆਪਣੇ ਕੋਲ ਮੀਡੀਅਮ ਹੋ ਸਕਦਾ ਹੈ ਜਿਹਦੇ ਥਰੂ ਕੀ ਹੈ ਰੇਡੀਏਸ਼ਨ ਪਾਸ ਹੋ ਰਹੀ ਹੈ ਸੋ ਪੈਨੀਟ੍ਰੇਸ਼ਨ ਮੀਨਸ ਕਿ ਕਿੰਨਾ ਡਿਸਟੈਂਸ ਮੂਵ ਕਰ ਸਕਦੀ ਹੈ ਉਹ ਰੇਡੀਏਸ਼ਨ ਉਸ ਮੈਟਰ ਦੇ ਥਰੂ ਜਾਂ ਉਸ ਮੀਡੀਅਮ ਦੇ ਥਰੂ that is the penetration power ਸੋ ਅਗਰ ਕੋਈ ਚੀਜ਼ ਘੱਟ ਅੰਦਰ ਤੱਕ ਟਰੈਵਲ ਕਰ ਰਹੀ ਹੈ ਸੋ ਮੰਨ ਲਓ ਅਗਰ ਆਪਾਂ ਕਿਸੇ ਸੋਲਿਡ ਦੀ ਗੱਲ ਕਰ ਰਹੇ ਹਾਂ ਸੋ ਥੋੜਾ ਜਿਹਾ ਟਰੈਵਲ ਕੀਤਾ ਦੈਨ ਰੇਡੀਏਸ਼ਨ ਕੀ ਹੈ ਉੱਥੇ ਸਟਾਪ ਹੋ ਗਈ ਮੀਨਸ ਅੱਗੇ ਟਰੈਵਲ ਨਹੀਂ ਕਰ ਪਾਈ ਦੈਨ ਉਹਨੂੰ ਆਪਾਂ ਕੀ ਕਵਾਂਗੇ ਉਹਦੀ ਪੈਨੀਟ੍ਰੇਸ਼ਨ ਪਾਰ ਘੱਟ ਹੈ ਅੱਗੇ ਤੱਕ ਟਰੈਵਲ ਕਰ ਰਹੀ ਹੈ ਅੱਗੇ ਤੱਕ ਜਾ ਸਕਦੀ ਹੈ ਦੈਨ that is ਉਹਦੀ ਪੈਨੀਟ੍ਰੇਸ਼ਨ ਪਾਰ
ज़्यादा होएगी। सो ऑन द बेसिस ऑफ पेनीट्रेशन पावर ऑफ द रेडिएशन ਆਪਾਂ ਇਹਨੂੰ ਤਿੰਨ ਤਰ੍ਹਾਂ ਨਾਲ ਕਲਾਸੀਫਾਈ ਕਰ ਸਕਦੇ ਹਾਂ। ਸੋ ਫਰਸਟ ਇਜ਼ ਅਲਫਾ ਰੇ, ਅਲਫਾ, ਸੋ ਇਹਨੂੰ ਆਪਾਂ ਨਾਲ ਸਿੰਬਲ ਵੀ ਲਿਖ ਰਹੀ ਹਾਂ ਮੈਂ, ਅਲਫਾ ਨੂੰ ਆਪਾਂ ਇਸ ਤਰ੍ਹਾਂ ਲਿਖਦੇ ਹਾਂ ਅਲਫਾ ਰੇ। ਦੈਨ ਸੈਕਿੰਡ ਵਨ ਇਜ਼ ਬੀਟਾ ਰੇ, ਬੀਟਾ, ਸੋ ਬੀਟਾ ਨੂੰ ਇਸ ਤਰ੍ਹਾਂ ਬੀਟਾ ਰੇ। ਐਂਡ ਥਰਡ ਵਨ ਇਜ਼ ਗਾਮਾ ਰੇ, ਗਾਮਾ। ਸੋ ਅਲਫਾ, ਬੀਟਾ ਐਂਡ ਗਾਮਾ ਇਹ ਕੀ ਹਨ, ਤਿੰਨ ਤਰ੍ਹਾਂ ਦੀਆਂ ਰੇਡੀਏਸ਼ਨਸ ਹਨ। ਸੋ ਹੁਣ ਪੈਨੀਟ੍ਰੇਸ਼ਨ ਪਾਰਟ ਦੀ ਗੱਲ ਕਰੀਏ, ਹੁਣ ਆਪਾਂ ਅੱਗੇ ਪ੍ਰੋਪਰਟੀਜ਼ ਵੀ ਪੜਾਂਗੇ, ਉਹਦੇ ਵਿੱਚ ਵੀ ਦੇਖਾਂਗੇ ਕਿ ਕਿੱਦਾਂ ਤਿੰਨਾਂ ਦੀਆਂ ਪ੍ਰੋਪਰਟੀਜ਼ ਕੀ ਹਨ, ਡਿਫਰੈਂਟ ਹਨ। ਸੋ ਪੈਨੀਟ੍ਰੇਸ਼ਨ ਅਗਰ ਦੇਖਿਆ ਜਾਵੇ, ਪੈਨੀਟ੍ਰੇਸ਼ਨ ਪਾਰ ਜਿਹੜੀ ਅਲਫਾ ਰੇ ਦੀ ਹੁੰਦੀ ਹੈ ਦੈਟ ਇਜ਼ ਲੀਸਟ। ਸੋ ਸਭ ਤੋਂ ਘੱਟ ਪੈਨੀਟ੍ਰੇਸ਼ਨ ਪਾਰ ਕਿਹੜੀ ਰੇਡੀਏਸ਼ਨ ਦੀ ਹੈ, ਦੈਟ ਇਜ਼ ਦਾ ਅਲਫਾ ਰੇ। ਉਸ ਤੋਂ ਬਾਅਦ ਹੈ ਬੀਟਾ ਰੇ। ਸੋ ਅਲਫਾ ਨਾਲੋਂ ਜ਼ਿਆਦਾ ਪੈਨੀਟ੍ਰੇਸ਼ਨ ਪਾਰ ਕਿਹੜੀ ਰੇਡੀਏਸ਼ਨ ਦੀ ਹੈ, ਦੈਟ ਇਜ਼ बीटा रे। और मैक्सिमम पेनिट्रेशन पावर की दी है दैट इज ऑफ गामा रे। सो मोस्ट पेनिट्रेबल रे केड़ी है, मोस्ट पेनिट्रेबल रेडिएशन इज द गामा एंड द लीस्ट पेनिट्रेबल दैट इज द अल्फा रे। ਹੁਣ ਆਪਾਂ ਅੱਗੇ ਇਹਦੀਆਂ ਪ੍ਰੋਪਰਟੀਜ਼ ਨੂੰ ਡਿਸਕਸ ਕਰਨਾ ਹੈ, ਬਟ ਪਹਿਲਾਂ ਆਪਾਂ ਕੀ ਹੈ ਇੱਕ ਐਕਸਪੈਰੀਮੈਂਟਲ ਸੈਟਅਪ ਦੇਖੀਏ। ਜਸਟ ਇਹਦੀਆਂ ਪ੍ਰੋਪਰਟੀਜ਼ ਨੂੰ ਦੇਖਣ ਦੇ ਲਈ ਕੀ ਹਨ, ਕੁਝ ਐਕਸਪੈਰੀਮੈਂਟਸ ਕੀਤੇ ਗਏ, ਐਕਸਪੈਰੀਮੈਂਟਲ ਸੈਟਅਪਸ ਮਤਲਬ ਲਗਾਏ ਗਏ ਔਰ ਚੈੱਕ ਕੀਤਾ ਗਿਆ ਕਿ ਇਹਦੀਆਂ ਕੀ ਪ੍ਰੋਪਰਟੀਜ਼ ਨੂੰ ਆਪਾਂ ਨੋਟ ਕਰ ਸਕਦੇ ਹਾਂ। ਸੋ ਉਹਦੇ ਵਿੱਚ ਆਪਾਂ ਇੱਕ ਦੀ ਗੱਲ ਕਰਦੇ ਹਾਂ। ਸੋ ਉਹਦੇ 'ਚ ਆਪਾਂ ਲੈ ਰਹੇ ਹਾਂ ਇੱਕ ਲੈਡ ਐਨਕਲੋਜ਼ਰ ਹੈ, ਮੀਨਸ ਇਹ ਲੈਡ ਦਾ ਬਣਿਆ ਹੋਇਆ ਹੈ, ਔਰ ਵਿੱਚ ਆਪਾਂ ਕੀ ਪਲੇਸ ਕਰਾਂਗੇ, ਕੋਈ ਸੋਰਸ, ਰੇਡੀਓ ਐਕਟਿਵ ਸੋਰਸ। ਸੋ ਆਪਾਂ ਵਿੱਚ ਰੱਖ ਰਹੇ ਹਾਂ ਰੇਡੀਅਮ। ਸੋ ਹੁਣੀ ਮੈਂ ਐਗਜ਼ਾਮਪਲਸ ਦਿੱਤੀਆਂ ਸੀ ਕੁਝ ਰੇਡੀਓ ਐਕਟਿਵ ਐਲੀਮੈਂਟਸ ਦੀਆਂ, ਜਿਹਦੇ ਵਿੱਚ ਰੇਡੀਅਮ, ਥੋਰੀਅਮ, ਐਕਟੀਨੀਅਮ, ਪੋਲੋਨੀਅਮ। ਸੋ ਇੱਥੇ ਆਪਾਂ ਪਲੇਸ ਕੀਤਾ ਹੈ ਰੇਡੀਅਮ। ਸੋ ਸੋਰਸ ਆਫ रेडिएशन। और एक ही है लेड ब्लॉक। लेड ब्लॉक ही जनरली यूज किया जाता है जब आप किसी रेडियो एक्टिव एलीमेंट ਨੂੰ प्लेस करना है, सो दैट बाकी जगह तो की है कि तो भी कोई रेडिएशन बाहर नहीं जाएगी, जस्ट इस डायरेक्शन तो की है रेडिएशंस अपनी रेज अपनी बाहर निकलणगियां। और आप बाहर की है इलैक्ट्रिक फील्ड प्रोवाइड कर रहे हैं। सो इलैक्ट्रिक फील्ड के लिए बिकॉज पहला यूनिट सी तुहाडा इलैक्ट्रिक फील्ड बारे तुसीं उहदे च पढ़िया है। इलैक्ट्रिक फील्ड के लिए आप की है दो प्लेट्स यूज कर रहे हैं, एक पॉजिटिवली चार्ज, मान लो दिस इज, एंड नेगेटिवली चार्ज। सो डायरेक्शन ऑफ इलैक्ट्रिक फील्ड पॉजिटिव टू नेगेटिव। सो इलैक्ट्रिक फील्ड की डायरेक्शन की है पॉजिटिव टू नेगेटिव। देन आप अगर चेक करिए, सो ये चेक किया गया या देखा गया कि इन दिस एक्सपेरिमेंट अपने को जो रेज आउंदियां, सम रेज विल गो स्ट्रेट, बिल्कुल सीधियां, और कुछ इस तरह, और these are the alpha, beta, gamma। सो ਇਹਦੇ ਵਿੱਚੋਂ ਆਪਾਂ ਕੀ ਦੇਖਿਆ ਕਿ ਜਿਹੜਾ ਆਪਣੇ ਕੋਲ ਸੋਰਸ ਹੈ ਦੈਟ ਇਜ਼ ਦ ਰੇਡੀਅਮ, ਉਹਦੇ ਵਿੱਚੋਂ ਆਪਣੇ ਕੋਲ ਕੀ ਹਨ, ਰੇਜ਼ ਨਿਕਲ ਰਹੀਆਂ ਹਨ। ਸੋ ਰੇਜ਼ ਕੀ ਹਨ, ਤਿੰਨ ਤਰ੍ਹਾਂ ਦਾ ਪਾਥ ਉਹਨਾਂ ਨੇ ਲਿਆ। ਕਿਹੜਾ ਕੁਝ ਰੇਜ਼ ਸੀਗੀਆਂ ਜਿਨ੍ਹਾਂ ਨੇ ਕੀ ਹੈ ਡਿਫਲੈਕਟ ਹੋਈਆਂ ਔਰ ਜਾ ਕੇ ਕਿਹਦੇ ਨਾਲ ਮਤਲਬ ਸਟ੍ਰਾਈਕ ਕੀਤਾ ਉਹਨਾਂ ਨੇ ਵਿਦ ਦ ਨੈਗੇਟਿਵ ਪਲੇਟ। ਕੁਝ ਰੇਜ਼ ਸੀਗੀਆਂ ਜਿਨ੍ਹਾਂ ਨੇ डिफ्लैक्शन दी, सो दे आर डिफ्लैक्टिंग थ्रू लार्जर एंगल्स, मीनस इत्थों ही की हन बेंड हो गई, और जिहड़ियां ए वालियां रेज हन दे आर डिफ्लैक्टिंग थ्रू स्मॉल एंगल्स, मीनस एक्चुअली इस तरह जा रही सी बट डिफ्लैक्शन इन्नी हुई, इत्थे डिफ्लैक्शन ज़्यादा हुई। सो दे आर डिफ्लैक्टिंग थ्रू स्मॉल एंगल्स, दे आर डिफ्लैक्टिंग थ्रू लार्ज एंगल्स, मतलब इत्थे डिफ्लैक्शन ज़्यादा है, ज़्यादा एंगल के थ्रू है, बट उन्होंने किन्ना नूं जाके स्ट्राइक किया विद द पॉजिटिव प्लेट। कुछ रेज सीगियां जिहड़ियां बिल्कुल सीधियां चली गई, ना तो नैगेटिव प्लेट वल गई ना पॉजिटिव प्लेट वल गई, बिल्कुल सीधियां गई। सो अपने कोल इदां दा कुछ पैटर्न आया। सो इत्थों आपां की है क्लासीफाई किया तीन तरह दी रेज नूं, सो अल्फा, बीटा एंड गामा। हुण अल्फा रेज नूं आपां इत्थों की कह सकते हैं कि अल्फा रेज का जिहड़ा नेचर होएगा किस तरह का होएगा, जिवें कि आपां नूं पता है कि नैगेटिव ते पॉजिटिव ਉਹ ਇੱਕ ਦੂਜੇ ਨੂੰ ਅਟਰੈਕਟ ਕਰਦੇ ਹਨ। ਸੋ ਹੁਣ ਨੈਗੇਟਿਵ ਪਲੇਟ ਵੱਲ ਅਗਰ ਕੋਈ ਰੇਜ਼ ਆ ਰਹੀਆਂ ਹਨ, ਇਹਦਾ ਕੀ ਮਤਲਬ ਹੈ, ਥੀਸ ਰੇਜ਼ ਕੰਸਿਸਟ ਆਫ ਸਮ ਪੋਜ਼ਿਟਿਵ ਚਾਰਜ। ਸੋ ਅਗਰ ਉਹਦੇ 'ਚ ਪੋਜ਼ਿਟਿਵ ਚਾਰਜ ਹੋਏਗਾ ਤਾਂ ਹੀ ਕਰਕੇ ਉਸ ਜਿਹੜੀਆਂ ਰੇਜ਼ ਨੇ ਉਹ ਨੈਗੇਟਿਵ ਪਲੇਟ ਵੱਲ ਗਈਆਂ, ਸੋ ਮਤਲਬ ਉਧਰ ਵੱਲ ਉਹਨਾਂ ਨੂੰ ਅਟਰੈਕਸ਼ਨ ਫੀਲ ਹੋਈ। ਸੋ ਇੱਥੋਂ ਕੀ ਕਨਕਲੂਡ ਕਰ ਸਕਦੇ ਹਾਂ ਆਪਾਂ ਕਿ ਜਿਹੜੇ ਅਲਫਾ ਰੇਜ਼ ਹਨ, ਥੀਸ ਰੇਜ਼ ਕੰਸਿਸਟ ਆਫ ਪੋਜ਼ਿਟਿਵਲੀ ਚਾਰਜਡ ਪਾਰਟੀਕਲਸ। ਸੋ अल्फा रेज कंसिस्ट ऑफ पॉजिटिवली चार्जड पार्टिकल्स, उसे करके जिहड़ी इन्हां दी डिफ्लैक्शन है किधर वल नूं हुई है, टू द नैगेटिव प्लेट।
ਸੋ ਹੁਣ ਜਿਹੜੇ ਬੀਟਾ ਹੋਣਗੇ, ਜੋ ਬੀਟਾ ਰੇਜ਼ ਹਨ, ਬੀਟਾ ਰੇਜ਼ ਉਹਨਾਂ ਦੇ ਵਿੱਚ ਕੀ ਹੋਏਗਾ, ਦੇ ਵਿਲ ਕੰਸਿਸਟ ਆਫ ਸਮ ਨੈਗੇਟਿਵਲੀ ਚਾਰਜਡ ਪਾਰਟੀਕਲਸ, ਬਿਕੋਜ਼ ਜਿਹੜੀ ਉਹਨਾਂ ਦੀ ਡਿਫਲੈਕਸ਼ਨ ਹੋਈ ਹੈ ਉਹ ਕਿੱਧਰ ਵੱਲ ਹੋਈ ਹੈ, ਟੁਵਰਡਸ ਦਾ ਪੋਜ਼ਿਟਿਵ ਪਲੇਟ। ਸੋ ਇਹਦੇ ਵਿੱਚ ਕੀ ਹੋਣਗੇ, ਅਲਫਾ ਰੇਜ਼ ਦੇ ਵਿੱਚ ਨੈਗੇਟਿਵਲੀ ਚਾਰਜਡ ਪੋਜ਼ਿਟਿਵਲੀ ਚਾਰਜਡ ਪਾਰਟੀਕਲਸ, ਬਿਕੋਜ਼ ਡਿਫਲੈਕਸ਼ਨ ਹੋਈ ਹੈ ਟੁਵਰਡਸ ਨੈਗੇਟਿਵ ਪਲੇਟ। ਬੀਟਾ ਰੇਜ਼ ਦੇ ਵਿੱਚ ਕਿਹੜੇ ਹੋਣਗੇ, ਨੈਗੇਟਿਵਲੀ ਚਾਰਜਡ ਪਾਰਟੀਕਲਸ, ਬਿਕੋਜ਼ ਉਹਨਾਂ ਦੀ ਡਿਫਲੈਕਸ਼ਨ ਕਿੱਧਰ ਵੱਲ ਨੂੰ ਹੋਈ ਹੈ, ਟੁਵਰਡਸ ਦਾ ਪੋਜ਼ਿਟਿਵ ਪਲੇਟ। ਬਟ ਅਗਰ ਆਪਾਂ ਵਿੱਚ ਵਾਲੇ ਦੀ ਗੱਲ ਕਰੀਏ, ਦੈਟ ਇਜ਼ ਦਾ ਗਾਮਾ ਰੇਜ਼। ਸੋ ਗਾਮਾ ਨਾ ਤਾਂ ਡਿਫਲੈਕਟ ਹੋਏ ਪੋਜ਼ਿਟਿਵ ਵੱਲ, ਨਾ ਡਿਫਲੈਕਟ ਹੋਏ ਨੈਗੇਟਿਵ ਵੱਲ। ਸੋ ਆਪਾਂ ਕੀ ਕਹਿ ਸਕਦੇ ਹਾਂ ਕਿ these rays these are neutral, ਮਤਲਬ ਇਹਦੇ ਵਿੱਚ ਨਾ ਪੋਜ਼ਿਟਿਵਲੀ ਚਾਰਜ ਪਾਰਟੀਕਲਸ ਹਨ ਔਰ ਨਾ ਹੀ ਕੀ ਹਨ, ਨੈਗੇਟਿਵਲੀ ਚਾਰਜਡ ਪਾਰਟੀਕਲਸ ਹਨ। ਸੋ ਜਨਰਲੀ ਇਹਨਾਂ ਨੂੰ ਆਪਾਂ ਕੀ ਹੈ, ਵੇਵਸ ਦਾ ਨਾਮ ਦਿੰਦੇ ਹਾਂ, ਬਿਕੋਜ਼ ਇਸ ਤੋਂ ਬਾਅਦ ਜਦ ਕੁਝ ਹੋਰ ਐਕਸਪੈਰੀਮੈਂਟਸ ਵੀ ਪਰਫਾਰਮ ਕੀਤੇ ਗਏ ਤਾਂ ਦੇਖਿਆ ਗਿਆ ਕਿ ਜੋ ਗਾਮਾ ਹਨ, ਗਾਮਾ ਰੇਜ਼ ਹਨ, ਇਹਨਾਂ ਦਾ ਮਾਸ ਵੀ ਕੀ ਹੁੰਦਾ ਹੈ, ਮਾਸ ਇਜ਼ 0। ਸੋ ਮਾਸ ਵੀ 0 ਹੈ, ਚਾਰਜ ਵੀ ਨਹੀਂ ਹੈ, ਸੋ these are considered as waves। ਸੋ ਜਿਹੜੀਆਂ ਗਾਮਾ ਰੇਜ਼ ਹਨ, these are considered as waves। ਔਰ ਇਹ ਕੀ ਹਨ, ਅਲਫਾ ਰੇਜ਼, these consist of positively charged particles and beta rays, these consist of negatively charged particles। ਸੋ ਇਹ ਆਪਣਾ ਆਇਆ ਸੀ ਥਰੂ ਦਾ ਐਕਸਪੈਰੀਮੈਂਟਲ ਅਰੇਂਜਮੈਂਟ, ਜੋ ਵੀ ਉਹਨਾਂ ਨੇ ਐਕਸਪੈਰੀਮੈਂਟਸ ਕੀਤੇ। ਸੋ ਇਸ ਤੋਂ ਇਲਾਵਾ ਇੱਕ ਹੋਰ ਐਕਸਪੈਰੀਮੈਂਟ ਵੀ ਆਪਾਂ ਦੇਖ ਸਕਦੇ ਹਾਂ ਕਿ ਅਗਰ ਆਪਾਂ ਮੈਗਨੈਟਿਕ ਫੀਲਡ ਇਹਨੂੰ ਦਈਏ, ਸੋ ਮੈਗਨੈਟਿਕ ਫੀਲਡ ਦੇ ਪ੍ਰੈਜ਼ੈਂਸ ਦੇ ਵਿੱਚ ਵੀ, ਸੋ ਅਗਰ ਆਪਾਂ ਕੁਝ ਇਸ ਤਰ੍ਹਾਂ ਮੈਗਨੈਟਿਕ ਫੀਲਡ ਦੇ ਰਹੇ ਹਾਂ ਔਰ ਕ੍ਰਾਸ ਮਤਲਬ ਕਿ ਪਰਪੈਂਡੀਕੂਲਰ ਡਾਇਰੈਕਸ਼ਨ, ਕ੍ਰਾਸ ਦਾ ਮਤਲਬ ਕੀ ਹੈ, ਟੁਵਰਡਸ ਦਾ ਪਲੇਨ। ਸੋ ਆਪਾਂ ਜਨਰਲੀ ਦੋ ਸਿੰਬਲਸ ਯੂਜ਼ ਕਰਦੇ ਹਾਂ, ਕ੍ਰਾਸ ਆਪਾਂ ਯੂਜ਼ ਕਰਦੇ ਹਾਂ ਟੁਵਰਡਸ ਦਾ ਪਲੇਨ ਅੰਦਰ ਵੱਲ, ਡਾਟ ਕੀ ਹੁੰਦਾ ਹੈ, ਦੈਟ ਇਜ਼ ਦੀ ਆਊਟ ਆਫ ਦੀ ਪਲੇਨ, ਬਾਹਰ ਵੱਲ। ਸੋ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਕੀ ਹੈ, ਟੁਵਰਡਸ ਦਾ ਪਲੇਨ, ਮਤਲਬ ਅੰਦਰ ਵੱਲ ਨੂੰ ਹੈ, ਬੋਰਡ ਦੇ ਅੰਦਰ ਵੱਲ ਨੂੰ। ਸੋ ਇਸ ਤਰ੍ਹਾਂ ਅਗਰ ਆਪਾਂ ਮੈਗਨੈਟਿਕ ਫੀਲਡ ਪ੍ਰੋਵਾਈਡ ਕਰਾਈਏ, ਦੈਨ ਆਪਣੇ ਕੋਲ ਜਿਹੜਾ ਪੈਟਰਨ ਆਏਗਾ, ਅਗੇਨ ਸੇਮ ਹੀ ਪੈਟਰਨ ਆਏਗਾ ਜਿਸ ਤਰ੍ਹਾਂ ਮੈਂ ਇੱਥੇ ਸ਼ੋ ਕੀਤਾ ਹੈ ਕਿ ਅਲਫਾ ਕੀ ਹੋਏਗਾ, ਨੈਗੇਟਿਵ ਪਲੇਟ ਵੱਲ, ਬੀਟਾ ਪੋਜ਼ਿਟਿਵ ਵੱਲ ਔਰ ਗਾਮਾ ਦੇ ਵਿਲ ਗੋ ਅਨਡਿਫਲੈਕਟਡ ਜਾਂ ਫਿਰ ਬਿਲਕੁਲ ਸਟ੍ਰੇਟ। ਸੋ ਇਹ ਆਪਣਾ ਐਕਸਪੈਰੀਮੈਂਟਲ ਅਰੇਂਜਮੈਂਟ ਸੀ। ਹੁਣ ਇਸ ਤੋਂ ਬਾਅਦ ਆਪਾਂ 1 ਬਾਏ 1 ਕੀ ਹੈ, ਸਾਰਿਆਂ ਦੀਆਂ ਪ੍ਰੋਪਰਟੀਜ਼ ਨੂੰ ਦੇਖਣਾ ਹੈ ਕਿ ਅਲਫਾ ਰੇਜ਼ ਦੀਆਂ ਕੀ ਪ੍ਰੋਪਰਟੀਜ਼ ਹਨ ਜਾਂ ਫਿਰ ਕਿਹਦੇ ਨਾਲ ਰਿਜ਼ੈਂਬਲ ਕਰਦੀਆਂ ਹਨ, ਦੈਨ ਬੀਟਾ ਐਂਡ ਦੈਨ ਫਿਰ ਗਾਮਾ। ਸੋ ਆਪਾਂ ਸਟਾਰਟ ਕਰਦੇ ਹਾਂ ਫਰੋਮ ਅਲਫਾ ਰੇਜ਼। ਸੋ ਹੁਣ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਪ੍ਰੋਪਰਟੀਜ਼ ਫਰਸਟਲੀ ਅਲਫਾ ਰੇਜ਼ ਦੀਆਂ। ਸੋ ਫਰਸਟ ਪੁਆਇੰਟ, ਪਹਿਲਾਂ ਆਪਾਂ ਗੱਲ ਕਰਾਂਗੇ ਚਾਰਜ ਦੀ। ਸੋ ਅਲਫਾ ਪਾਰਟੀਕਲ ਦੇ ਉੱਪਰ, ਮਤਲਬ ਰੇਜ਼ these consist of particles, ਸੋ ਉਸ ਪਾਰਟੀਕਲ ਨੂੰ ਆਪਾਂ ਕੀ ਬੋਲ ਰਹੇ ਹਾਂ, ਅਲਫਾ ਪਾਰਟੀਕਲ। ਸੋ ਅਲਫਾ ਪਾਰਟੀਕਲ ਦਾ ਚਾਰਜ ਕਿੰਨਾ ਹੁੰਦਾ ਹੈ, the charge of alpha particle is about 2 times the charge of a proton। ਸੋ ਜਿੰਨਾ ਪ੍ਰੋਟੋਨ ਦਾ ਚਾਰਜ ਹੈ ਪਲੱਸ ਦੇ ਵਿੱਚ ਹੁੰਦਾ ਹੈ, ਸੋ ਉਹਨੂੰ ਅਗਰ ਆਪਾਂ 2 ਟਾਈਮਸ ਕਰ ਦਈਏ, ਉਹਨਾਂ ਚਾਰਜ ਕਿਹਦੇ ਕੋਲ ਹੁੰਦਾ ਹੈ, ਉਹਨਾਂ ਚਾਰਜ ਹੁੰਦਾ ਹੈ ਇੱਕ ਅਲਫਾ ਪਾਰਟੀਕਲ ਦਾ। ਸੋ ਦਾ ਚਾਰਜ ਆਫ ਅਲਫਾ ਪਾਰਟੀਕਲ ਆਪਾਂ ਲਿਖ ਸਕਦੇ ਹਾਂ, ਚਾਰਜ ਆਫ alpha particle is double the charge of a proton, the charge of a proton। ਜਾਂ ਫਿਰ ਡਬਲ ਦਾ ਚਾਰਜ ਆਫ ਪ੍ਰੋਟੋਨ ਤੋਂ ਬਿਨਾ ਅਗਰ ਆਪਾਂ ਗੱਲ ਕਰੀਏ ਹੀਲੀਅਮ ਦੀ, ਸੋ ਹੀਲੀਅਮ ਦਾ ਜਿਹੜਾ ਨਿਊਕਲੀਅਸ ਹੁੰਦਾ ਹੈ, ਹਾਈਡਰੋਜਨ ਦੈਨ ਹੀਲੀਅਮ, ਹੀਲੀਅਮ ਦੇ ਨਿਊਕਲੀਅਸ ਦੇ ਵਿੱਚ ਵੀ ਕੀ ਹਨ, 2 ਪ੍ਰੋਟੋਨਸ ਹੁੰਦੇ ਹਨ। ਜਾਂ ਫਿਰ ਆਪਾਂ ਇਦਾਂ ਵੀ ਕਹਿ ਸਕਦੇ ਹਾਂ ਕਿ ਜੋ ਅਲਫਾ ਪਾਰਟੀਕਲ ਹੈ ਉਹਦਾ ਚਾਰਜ ਕਿਹਦੇ ਬਰਾਬਰ ਹੁੰਦਾ ਹੈ, ਜਿੰਨਾ ਚਾਰਜ ਇੱਕ ਹੀਲੀਅਮ ਨਿਊਕਲੀਅਸ 'ਚ ਹੁੰਦਾ ਹੈ। ਸੋ ਦੈਟ ਇਜ਼ ਦਾ ਫਰਸਟ ਪੁਆਇੰਟ, mass of alpha particle। so alpha particle ਦਾ mass ਕਿੰਨਾ ਹੁੰਦਾ ਹੈ, that is 4 times the mass of hydrogen atom। so short ਸੀ ਲਿਖਾਂਗੀ ਇੱਥੇ 4 times the mass of hydrogen atom, ਸੋ 4 ਗੁਣਾ ਇੱਕ ਹਾਈਡਰੋਜਨ ਦਾ ਜਿੰਨਾ ਮਾਸ ਹੈ ਉਹਨੂੰ 4 ਗੁਣਾ ਕਰ ਦਈਏ, ਦੈਨ ਕਿਹਦਾ ਮਾਸ ਆਏਗਾ, ਦ ਮਾਸ ਆਫ ਅ ਅਲਫਾ ਪਾਰਟੀਕਲ। ਜਾਂ ਫਿਰ ਆਪਾਂ ਇਦਾਂ ਵੀ ਬੋਲ ਸਕਦੇ ਹਾਂ ਕਿ ਦ ਮਾਸ ਆਫ ਅਲਫਾ ਪਾਰਟੀਕਲ ਇਜ਼ ਇਕੁਅਲ ਟੂ ਦ ਮਾਸ ਆਫ ਅ ਹੀਲੀਅਮ ਨਿਊਕਲੀਅਸ। ਮਤਲਬ ਆਪਾਂ ਰਿਲੇਟ ਕਰ ਸਕਦੇ ਹਾਂ ਇੱਕ ਅਲਫਾ ਪਾਰਟੀਕਲ ਨੂੰ ਹੀਲੀਅਮ ਦੇ ਨਿਊਕਲੀਅਸ ਦੇ ਨਾਲ। ਕਿਸ ਤਰ੍ਹਾਂ, ਬਿਕੋਜ਼ ਦੋਨੋਂ ਪੁਆਇੰਟਸ ਤੋਂ ਆਪਾਂ ਨੂੰ ਕੀ ਪਤਾ ਲੱਗਿਆ ਕਿ ਜਿਹੜਾ ਉਹਦਾ ਚਾਰਜ ਹੈ ਕਿਹਦੇ ਚਾਰਜ ਦੇ ਬਰਾਬਰ ਹੈ, ਜਿੰਨਾ ਹੀਲੀਅਮ ਨਿਊਕਲੀਅਸ ਦਾ ਚਾਰਜ ਹੁੰਦਾ ਹੈ, ਔਰ ਮਾਸ ਵੀ ਉਨਾ ਹੀ ਹੈ ਜਿੰਨਾ ਕਿ ਇੱਕ ਹੀਲੀਅਮ ਦੇ ਨਿਊਕਲੀਅਸ ਦਾ ਮਾਸ ਹੁੰਦਾ ਹੈ। ਦੈਨ ਆਪਾਂ ਕੀ ਰਿਲੇਟ ਕਰ ਸਕਦੇ ਹਾਂ ਕਿ ਜਿਹੜਾ ਇੱਕ ਅਲਫਾ ਪਾਰਟੀਕਲ ਹੈ ਦੈਟ ਇਜ਼ ਇਕੁਅਲ ਟੂ ਜਾਂ ਇਕੁਇਵਲੈਂਟ ਟੂ 1 helium nucleus। so alpha particle that is regarded as 1 helium nucleus। 1 helium nucleus बोल ਦਿੰਦੇ ਹਨ ਜਾਂ ਫਿਰ 1 helium atom, बट ਉਹ ਵਾਲਾ ਐਟਮ ਜਿਹਨੇ ਆਪਣੇ ਦੋਨੋਂ ਇਲੈਕਟ੍ਰॉन्स ਨੂੰ ਕੀ ਕੀਤਾ ਹੈ, ਲੂਜ਼ ਕਰ ਦਿੱਤਾ ਹੈ। ਮਤਲਬ ਉਹਦੇ ਕੋਲ ਸਿਰਫ ਕੀ ਹਨ ਅੰਦਰ
ਪ੍ਰੋਟੋਨਸ ਨਿਊਟਰੋਨਸ ਹੀ ਹਨ। ਸੋ ਜਨਰਲੀ ਆਪਾਂ ਕੀ ਲਿਖਦੇ ਹਾਂ, 1 ਅਲਫਾ ਪਾਰਟੀਕਲ ਇਜ਼ ਇਕੁਇਵਲੈਂਟ ਟੂ 1 ਹੀਲੀਅਮ ਨਿਊਕਲੀਅਸ। ਦੈਨ ਇਸ ਤੋਂ ਬਾਅਦ ਨੈਕਸਟ ਆਪਾਂ ਅਗਰ ਵੈਲੋਸਿਟੀ ਦੀ ਗੱਲ ਕਰੀਏ, ਸੋ ਚਾਰਜ, ਮਾਸ, velocity, so the velocity range करती है मतलब in between 1.4 into 10 raised to power 17 meter per second to 2.1 into 10 raised to power 7 meter per second। ਸੋ ਇਹਦੇ ਇਨ ਬਿਟਵੀਨ ਰਹਿੰਦੀ ਹੈ ਔਰ ਵੇਰੀ ਕਰਦੀ ਹੈ, ਮਤਲਬ ਡਿਪੈਂਡ ਕਰਦੀ ਹੈ ਕਿ ਆਪਾਂ ਸੋਰਸ ਕਿਹੜਾ ਯੂਜ਼ ਕਰ ਰਹੇ ਹਾਂ। ਸੋ ਅਕੋਰਡਿੰਗਲੀ ਜਿੱਦਾਂ ਦਾ ਸੋਰਸ ਯੂਜ਼ ਕਰ ਰਹੇ ਹਾਂ ਉਹਦੇ ਅਕੋਰਡਿੰਗਲੀ ਹੀ ਕੀ ਹੈ, ਇਹਦੇ ਇਨ ਬਿਟਵੀਨ ਉਹਦੀ ਕੁਛ ਨਾ ਕੁਛ ਵੈਲੋਸਿਟੀ ਹੋਏਗੀ। ਕਿਹਦੀ ਵੈਲੋਸਿਟੀ? ਅਲਫਾ ਪਾਰਟੀਕਲ ਦੀ। ਸੋ ਇਹ ਸੀ ਆਪਣਾ ਥਰਡ ਪੁਆਇੰਟ, ਦੈਟ ਇਜ਼ ਦ ਵੈਲੋਸਿਟੀ। ਹੁਣ ਵੈਲੋਸਿਟੀ ਤੋਂ ਬਾਅਦ ਅਗਰ ਆਪਾਂ ਪੈਨੀਟ੍ਰੇਟਿੰਗ ਪਾਰਟ ਦੀ ਗੱਲ ਕਰੀਏ, ਸੋ ਹੁਣ ਇਹਦਾ ਜਿਹੜਾ ਮਾਸ ਹੈ, ਆਪਾਂ ਸੈਕਿੰਡ ਪੁਆਇੰਟ 'ਚ ਦੇਖਿਆ, ਮਾਸ ਆਫ ਅਲਫਾ ਪਾਰਟੀਕਲ ਇਜ਼ ਵੈਰੀ ਲਾਰਜ। ਮਾਸ ਜ਼ਿਆਦਾ ਹੈ ਬਿਕੋਜ਼ ਆਪਾਂ ਨੂੰ ਪਤਾ ਹੈ 4 ਟਾਈਮਸ ਦਾ ਮਾਸ ਆਫ ਹਾਈਡਰੋਜਨ ਐਟਮ। ਸੋ ਡਿਊ ਟੂ ਲਾਰਜ ਮਾਸ ਜਿਹੜਾ ਉਹਦੀ ਪੈਨੀਟ੍ਰੇਸ਼ਨ ਪਾਰ ਹੈ, ਪੈਨੀਟ੍ਰੇਸ਼ਨ ਪਾਰ ਇਜ਼ ਵੈਰੀ ਲੈਸ। ਸੋ ਪੈਨੀਟ੍ਰੇਸ਼ਨ ਪਾਰ ਆਫ ਅਲਫਾ ਪਾਰਟੀਕਲ, ਪੈਨੀਟ੍ਰੇਸ਼ਨ ਪਾਰ ਆਫ ਅਲਫਾ ਪਾਰਟੀਕਲ that is less, is very less। और कितनी लेस है बीटा पार्टिकल तो, मतलब बीटा तो और गामा तो दोनों तो ही की है ਇਹਦੀ ਜਿਹੜੀ ਪੈਨੀਟ੍ਰੇਸ਼ਨ ਪਾਰ ਹੁੰਦੀ ਹੈ ਘੱਟ ਹੁੰਦੀ ਹੈ। ਕਿੰਨੀ? ਅਬਾਊਟ 1/1000 ਟਾਈਮਸ ਘੱਟ ਹੁੰਦੀ ਹੈ ਐਜ਼ that of the penetration power of beta, and about 1/10,000 ਟਾਈਮਸ ਘੱਟ ਹੁੰਦੀ ਹੈ as compared to that of the penetration power of gamma। सो मतलब काफ़ी घट penetration पार है in case of alpha particle। या फिर आप ये भी कह सकते हैं कि जो एक alpha particle है वो आराम दे नाल अगर आप एक aluminium sheet लईए, जस्ट अगर आप ਉਹਦੀ thickness ले रहे हैं 0.02 मिलीमीटर, सो इन्नी थिकनेस ਦੇ ਨਾਲ ਦੇ ਵੀ ਕੀ ਹੈ ਜਿਹੜਾ alpha particle है वो stop हो सकता है, मतलब इन्नी भी ਉਹਦੀ penetration पार नहीं ਹੁੰਦੀ। सो penetration पार is very less। नेक्स्ट अगर आप गल करिए आयनाइजिंग पार दी, सो आयनाइजिंग पार की हुई। सो आयनाइजिंग पार का की मतलब है कि जो रेज हैं मीडियम चो पास हो रही हैं, सो पास होंदे होए जिहड़े मीडियम दे जिहड़े एटम्स या मॉलिक्यूल्स हैं उन्हां नूं आयनाइज कर देना। आयनाइज कर देना मतलब उन्हां दे विचों की है कुछ इलैक्ट्रॉन्स नूं बाहर नॉक आउट कर लेना या बाहर निकाल लेना, सो दैट जिहड़े एटम्स सी अंदर वो आयंस च कन्वर्ट हो गए। मतलब मीडियम दे विच जिहड़े एटम्स मॉलिक्यूल्स नी उन्हां नूं आयंस च कन्वर्ट कर देना, दैट इज द आयनाइजेशन। सो आयनाइजिंग पावर की है इन केस ऑफ अल्फा पार्टिकल, द आयनाइजिंग पावर इज वेरी हाई। सो मास भी ज़्यादा है और नाल दी नाल वेलोसिटी भी यदी की है 1.4 इंटू 10⁻⁷ टू 2.1 इंटू 10⁻⁷। सो इन्नी वेलोसिटी करके भी की है जिहड़ी दी आयनाइजिंग पावर हुंदी है वो की हुंदी है ज़्यादा हुंदी है। सो अबाउट 1 अल्फा पार्टिकल भी की है 1000 आयनाइजेशंस की है प्रोड्यूस कर सकता है बिफोर गेटिंग एब्जॉर्ब्ड या बिफोर गेटिंग स्टॉप। रुकन तो पहले एक अल्फा पार्टिकल 1000 ਦੇ करीब की है आयनाइजेशंस कर सकता है। दैन इस तो बाद ਆਪਾਂ ਗੱਲ ਕਰੀਏ रेंज ਦੀ। रेंज ਹੁਣ रेंज ਕੀ ਹੋਏਗਾ, ਜਿਵੇਂ ਕਿ ਪੈਨੀਟ੍ਰੇਸ਼ਨ ਦੇ ਨਾਲ ਹੀ ਆਪਾਂ ਇਹਨੂੰ ਰਿਲੇਟ ਕਰ ਸਕਦੇ ਹਾਂ। रेंज ਹੁੰਦਾ ਹੈ ਐਕਚੁਅਲ डिस्टेंस ट्रैवल्ड बाय दैट पार्टिकल ਰੁਕਣ ਤੋਂ ਪਹਿਲੇ मतलब जब जाके वो स्टॉप हो गया, ਜਦੋਂ स्टार्ट होया ਉੱਥੇ ਤੱਕ ਆਪਾਂ डिस्टेंस ਲੈਣਾ ਹੈ जब तक जाके वो रुक गया। सो ਉਹਨੇ ਕਿੰਨਾ डिस्टेंस ट्रैवल ਕੀਤਾ, दैट इज द रेंज ऑफ दैट पार्टिकल। सो अगर यदि रेंज की गल करिए बिकॉज यदि पेनीट्रेशन की है बहुत घट है, सो पेनीट्रेशन अगर घट होएगी दैन रेंज भी की होएगी उस पार्टिकल की घट ही होएगी। सो अबाउट यदि रेंज की है अगर आप नॉर्मल प्रैशर ते गल करिए, हवा की मतलब आप गल कर रहे हाँ कि एयर के थ्रू की है पार्टिकल ट्रैवल कर रहा है, नॉर्मल प्रैशर है। सो इन दैट केस जी रेंज है अल्फा पार्टिकल की दैट इज अबाउट 3 to 8 सेंटीमीटर्स ओनली। सो इस तो बाद नेक्स्ट प्रॉपर्टी की है द अल्फा पार्टिकल्स दे कैन इफेक्ट द फोटोग्राफिक प्लेट। सो हुण फोटोग्राफिक प्लेट की है जिवें आपां स्पैक्ट्रास दे विच की है ਉਹ ਪੂਰਾ ਆਪਾਂ ਪੈਟਰਨ ਰਿਕਾਰਡ ਕਰਨ ਦੇ ਲਈ ਫੋਟੋਗ੍ਰਾਫਿਕ ਪਲੇਟ ਨੂੰ ਯੂਜ਼ ਕਰਦੇ ਸੀ। ਸੋ ਸਾਰਾ ਉਹਦੇ ਤੇ ਰਿਕਾਰਡ ਲੈਣ ਦੇ ਲਈ ਉਸੇ ਤਰ੍ਹਾਂ ਜਿਹੜੇ ਅਲਫਾ ਪਾਰਟੀਕਲਸ ਨੇ ਜਦੋਂ ਜਾ ਕੇ ਸਟ੍ਰਾਈਕ ਕਰਨਗੇ ਫੋਟੋਗ੍ਰਾਫਿਕ ਪਲੇਟ ਨੂੰ, ਸੋ ਉਸ ਦੇ ਉੱਪਰ ਵੀ ਕੀ ਹੈ ਕੁਝ ਪੈਟਰਨ ਰਿਕਾਰਡ ਹੋਏਗਾ। ਸੋ दैट इज वाई अल्फा पार्टिकल्स दे आल्सो इफेक्ट फोटोग्राफिक प्लेट। नेक्स्ट इज फ्लोरेसेंस वर्ड पहला भी मैं कई बार यूज किया है, फ्लोरेसेंस। सो यूनिट दी स्टार्टिंग मैं दसिया सी फ्लोरेसेंस की है द स्मॉल ब्राइट फ्लैशेस, मतलब
थोड़े टाइम ਦੇ ਲਈ अगर अपने कोई फ्लैश प्रोड्यूस हो रही है लेकिन है बहुत ब्राइट है, ब्राइट फ्लैश बट बहुत थोड़े टाइम ਦੇ ਲਈ, ਉਹਨੂੰ ਆਪਾਂ ਕੀ ਬੋਲਦੇ ਹਾਂ, दैट इफेक्ट इज कॉल्ड fluorescence. So alpha particles they can also produce fluorescence upon some screens. Like अगर ਆਪਾਂ screen ਲੈ ਰਹੇ ਹਾਂ ਕਿਹੜੇ ਮਟੀਰੀਅਲ ਦੀ, like zinc sulfide ਦੀ ਗੱਲ ਕਰ ਰਹੇ ਹਾਂ, ਜਿਵੇਂ ਆਪਾਂ ਰਦਰਫੋਰਡ ਸਕੈਟਰਿੰਗ ਐਕਸਪੈਰੀਮੈਂਟ ਦੇ ਵਿੱਚ ਵੀ ਅਲਫਾ ਪਾਰਟੀਕਲਸ ਯੂਜ਼ ਕੀਤੇ ਸੀ. ਸੋ ਜ਼ਿੰਕ ਸਲਫਾਈਡ ਸਕਰੀਨ ਦੇ ਉੱਪਰ ਆਪਾਂ ਨੂੰ ਫਲੈਸ਼ਸ ਨਜ਼ਰ ਆਈਆਂ ਸੀ, ਬ੍ਰਾਈਟ ਫਲੈਸ਼ਸ. ਸੋ ਦੈਟ ਇਜ਼ ਵਾਈ ਇੱਕ ਪ੍ਰੋਪਰਟੀ ਕੀ ਹੈ, ਦ ਅਲਫਾ ਪਾਰਟੀਕਲਸ ਦੇ ਕੈਨ ਸ਼ੋ ਦ ਇਫੈਕਟ ਆਫ ਫਲੋਰੈਸੈਂਸ ਔਨ ਦ ਸਕਰੀਨਸ. ਕਿਹੜੀ ਸਕਰੀਨ? ਲਾਈਕ ਜ਼ਿੰਕ ਸਲਫਾਈਡ. ਨੈਕਸਟ ਅਗਲੀ ਪ੍ਰੋਪਰਟੀ, they can be affected by both electric and magnetic fields. So ਜਿਵੇਂ electric field ਆਪਾਂ ਦਿੱਤੀ, electric field ਦੇ ਕੇਸ ਦੇ ਵਿੱਚ ਜਿਹੜੇ alpha particles ਹਨ ਕਿੱਧਰ ਵੱਲ ਨੂੰ ਜਾਣਗੇ, they will get deflected towards the negative plate. ਔਰ magnetic field ਦੇ ਕੇਸ ਦੇ ਵਿੱਚ ਕੀ ਹਨ, alpha particles they will show deflections. So they are affected by electric and magnetic fields. Affected by electric and magnetic fields. ਦੈਨ ਇਹ ਕੁਝ ਮੇਨ ਪ੍ਰੋਪਰਟੀਜ਼ ਹਨ. ਕੁਝ ਇੱਕ ਹੋਰ ਪ੍ਰੋਪਰਟੀਜ਼ ਵੀ ਹਨ, ਜਿਵੇਂ ਕਿ ਸਕੈਟਰਿੰਗ ਵਾਲੀ ਪ੍ਰੋਪਰਟੀ. ਰਦਰਫੋਰਡ ਸਕੈਟਰਿੰਗ ਐਕਸਪੈਰੀਮੈਂਟ 'ਚ ਆਪਾਂ ਦੇਖਿਆ ਕਿ ਜਿਹੜੇ ਅਲਫਾ ਪਾਰਟੀਕਲਸ ਆਪਾਂ ਗੋਲਡ ਫੋਇਲ ਤੇ ਮਤਲਬ ਉਹਦੇ ਨਾਲ ਉਹਦੇ ਵਿੱਚੋਂ ਪਾਸ ਕਰਵਾਏ ਸੀ, ਉਹਦੇ ਤੇ ਫਾਲ ਕਰਵਾਏ ਸੀ, ਉਹਨਾਂ ਦੀ ਸਕੈਟਰਿੰਗ ਹੋਈ ਸੀ. ਸੋ ਮੋਸਟ ਆਫ ਦ ਅਲਫਾ ਪਾਰਟੀਕਲਸ ਸਿੱਧੇ ਪਾਸ ਹੋ ਗਏ ਸੀ, ਔਰ ਕੁਛ ਇੱਕ ਅਲਫਾ ਪਾਰਟੀਕਲ ਸੀ, ਮਤਲਬ ਬਹੁਤ ਹੀ ਘੱਟ ਅਲਫਾ ਪਾਰਟੀਕਲਸ ਜਿਹੜੇ 90 ਡਿਗਰੀ ਐਂਗਲ ਤੋਂ ਜ਼ਿਆਦਾ ਐਂਗਲ ਦੇ ਨਾਲ ਡਿਫਲੈਕਟ ਹੋਏ ਸੀ. ਸੋ ਦੇ ਆਲਸੋ ਸ਼ੋ ਦ ਪ੍ਰੋਪਰਟੀ ਆਫ ਸਕੈਟਰਿੰਗ, ਮਤਲਬ ਅਲਫਾ ਪਾਰਟੀਕਲਸ ਕੈਨ ਬੀ ਸਕੈਟਰਡ ਆਲਸੋ. ਇੱਕ ਹੋਰ ਪ੍ਰੋਪਰਟੀ ਦੀ ਗੱਲ ਕਰੀਏ, ਦੈਟ ਇਟ ਕੈਨ ਆਲਸੋ ਪ੍ਰੋਡਿਊਸ ਬਰਨਸ ਔਨ ਦ ਹਿਊਮਨ ਬੋਡੀ. ਮਤਲਬ ਜਿਹੜੀਆਂ ਇਹ ਰੇਜ਼ ਹਨ ਉਹ ਕੀ ਹਨ, ਬਹੁਤ ਜ਼ਿਆਦਾ ਹਾਰਮਫੁਲ ਹਨ. ਸੋ ਇਹਦੇ ਨਾਲ ਜਿਹੜੀ ਹਿਊਮਨ ਬੋਡੀ ਦੇ ਉੱਪਰ ਕੀ ਹਨ, ਬਰਨਸ, ਮਤਲਬ ਜਲਨ ਵੀ ਹੋ ਸਕਦੀ ਹੈ, ਮਤਲਬ ਆਪਣੀ ਜਿਹੜੀ ਚਮੜੀ ਹੈ ਉਹ ਜਲ ਵੀ ਸਕਦੀ ਹੈ. ਸੋ ਦੀਜ਼ ਰੇਜ਼ ਆਰ ਵੈਰੀ ਮਚ ਮਤਲਬ ਬਹੁਤ ਡੇਂਜਰਸ ਹਨ. ਸੋ ਇਹ ਕੁਝ ਹੋਰ ਪ੍ਰੋਪਰਟੀਜ਼ ਸੀਗੀਆਂ. ਮੇਨਲੀ ਆਪਾਂ ਕੀ ਹੈ, ਜਨਰਲੀ ਇਹ ਸਾਰੀਆਂ ਪ੍ਰੋਪਰਟੀਜ਼ ਦੀ ਗੱਲ ਕਰਦੇ ਹਾਂ. ਸੋ ਇਸ ਤੋਂ ਬਾਅਦ ਆਪਾਂ ਹੁਣ ਨੈਕਸਟ ਪ੍ਰੋਪਰਟੀਜ਼ ਦੀ ਗੱਲ ਕਰਦੇ ਹਾਂ, ਬੀਟਾ ਦੀ ਐਂਡ ਦੈਨ ਗਾਮਾ ਦੀ. ਸੋ ਬੈਟਰ ਹੈ ਅਗਰ ਆਪਾਂ ਇਹਦੇ ਨਾਲ ਨਾਲ ਰਿਲੇਟ ਕਰਦੇ ਹੀ ਚੱਲੀ ਜਾਈਏ, ਜੋ ਚੀਜ਼ਾਂ ਇਹਦੇ ਵਿੱਚ ਦੇਖੀਆਂ ਹਨ ਉਹੀ ਚੀਜ਼ਾਂ ਆਪਾਂ ਕੀ ਹਨ, ਬੀਟਾ ਦੇ ਵਿੱਚ ਦੇਖਦੇ ਹਾਂ. ਦੈਨ ਫਿਰ ਆਪਾਂ ਗਾਮਾ ਦੀ ਗੱਲ ਕਰਾਂਗੇ. ਸੋ ਜਿਵੇਂ ਮੈਂ ਇਹਦੇ 'ਚ ਗੱਲ ਕੀਤੀ ਸੀ, ਮਾਸ, ਚਾਰਜ, ਮਾਸ. ਸੋ ਸੇਮ ਚੀਜ਼ਾਂ ਆਪਾਂ ਬੀਟਾ 'ਚ ਦੇਖਾਂਗੇ, ਚਾਰਜ, ਮਾਸ, velocity, penetration power, ionizing power, range, photographic plate, fluorescence, and then last ਕੀ ਹੈ, electric और magnetic field. ਸੋ ਇਹ ਮੈਂ ਲਿਖ ਲਿਆ ਹੈ ਬਿਕੋਜ਼ ਆਪਾਂ ਸੇਮ ਚੀਜ਼ਾਂ ਹੀ ਹੁਣ ਕੀ ਹੈ ਬੀਟਾ ਦੇ ਕੇਸ ਦੇ ਵਿੱਚ ਦੇਖਾਂਗੇ ਕਿ ਉਹਦੇ ਵਿੱਚ ਕਿਹੜੀਆਂ ਪ੍ਰੋਪਰਟੀਜ਼ ਹੁੰਦੀਆਂ ਹਨ. ਸੋ ਫਰਸਟਲੀ ਚਾਰਜ. ਸੋ ਜਿਵੇਂ ਅਲਫਾ ਦੇ ਕੇਸ ਦੇ ਵਿੱਚ ਮੈਂ ਲਿਖਿਆ ਹੈ ਡਬਲ ਦਾ ਚਾਰਜ ਆਫ ਅ ਪ੍ਰੋਟੋਨ. ਇੱਕ ਬੀਟਾ ਪਾਰਟੀਕਲ ਦੇ ਉੱਪਰ ਜਿਹੜਾ ਚਾਰਜ ਹੁੰਦਾ ਹੈ that is 1.6 into 10 raised to power minus 19 coulomb. So charge in case of beta particle that is 1.6 into 10 raised to power minus 19 coulomb. Then mass of a beta particle that is 9.1 into 10 raised to power minus 31 kg. So मैं charge भी लिखिया, mass भी लिखिया. So दोनों ਨੂੰ अगर ਆਪਾਂ देखिए, चलो एक चीज़ और, वेलोसिटी अगर आप देखिए बीटा पार्टिकल दी दैट इज अबाउट 33% टू 99% ऑफ द वेलोसिटी ऑफ लाइट. मतलब सी की है वेलोसिटी ऑफ लाइट, ਉਹਦਾ 33% ਪਾਰਟ ਜਾਂ 99% ਪਾਰਟ ਇਹਦੇ ਵਿੱਚ ਕੀ ਹੈ, ਲਾਈ ਕਰਦੀ ਹੈ. ਸੋ ਸਾਰੀਆਂ ਚੀਜ਼ਾਂ ਨੂੰ ऑब्जर्व ਕਰਨ ਤੇ ਆਪਾਂ ਕੀ ਕਨਕਲੂਡ ਕਰ ਸਕਦੇ ਹਾਂ ਕਿ ਜਿਹੜਾ ਇੱਕ ਬੀਟਾ ਪਾਰਟੀਕਲ ਹੈ ਉਹ ਕੀ ਹੈ, दैट इज अ नेगेटिवली चार्ज्ड इलेक्ट्रॉन. मतलब एक इलेक्ट्रॉन का मास भी यही ਹੁੰਦਾ है, इलेक्ट्रॉन का चार्ज भी यही ਹੁੰਦਾ है, और ਉਹਦੀ वेलोसिटी भी की है तकरीबन इन्नी. सो एक बीटा पार्टिकल की है, दैट इज अ नेगेटिवली चार्ज्ड इलेक्ट्रॉन. सो बीटा रेज मीन्स दे कंसिस्ट ऑफ नेगेटिवली चार्ज्ड इलेक्ट्रॉन्स. देन ਆਪਾਂ वन बाय वन बाकी प्रॉपर्टीज की भी गल करिए, चार्ज, मास एंड वेलोसिटी. नेक्स्ट की है पेनिट्रेशन पावर. पेनिट्रेशन पावर की है अल्फा दे कंपैरेटिवली बीटा दी ज़्यादा ਹੁੰਦੀ है, सो पेनीट्रेट ज़्यादा कर सकते हैं. सो फ्यू मिलीमीटर्स तक की ਹੁਣ पेनीट्रेशन ਉਹਨਾਂ ਦੀ पॉसिबल ਹੁੰਦੀ है. then आयनाइजिंग पावर. सो आयनाइजिंग पावर की है अल्फा ਦੇ केस ਦੇ ਵਿੱਚ ज़्यादा ਹੁੰਦੀ है. एक पार्टिकल की है काफ़ी सारी आयनाइजेशंस दे सकता है, बट बीटा ਦੇ केस ਦੇ ਵਿੱਚ की है आयनाइजिंग पावर थोड़ी घट ਹੁੰਦੀ है. then रेंज. सो रेंज की है पेनीट्रेशन ਦੇ ਨਾਲ ਹੀ रिलेट कर सकते हैं ਆਪਾਂ. पेनीट्रेशन बीटा ਦੀ ज़्यादा है, दैट इज़ वाई रेंज भी की होएगी ਉਹਦੀ ज़्यादा होएगी. इन दिस केस रेंज इज 3 to 8 सेंटीमीटर,
ਬੀਟਾ ਦੇ ਕੇਸ ਦੇ ਵਿੱਚ ਜਿਹੜੀ ਰੇਂਜ ਹੁੰਦੀ ਹੈ ਮੀਟਰਸ ਦੇ ਵਿੱਚ ਹੁੰਦੀ ਹੈ, ਮਤਲਬ ਕੁਝ ਮੀਟਰ ਤੱਕ ਕੀ ਹੈ they can travel. Then they can also affect the photographic plate like zinc sulfide. Then fluorescence, beta particles, they can also produce the effect of fluorescence. Lastly, they are also affected by the electric and magnetic fields. मतलब almost कुछ properties अपनियां last वालियां तीनों same सी, ऊपर की है अपना main जरा difference है charge, mass, velocity. Then ये तीनों चीज़ां penetration beta दी की है ज़्यादा, ionizing power घट और range भी की है ज़्यादा है. लास्ट अपना है गामा, सो ਉਹਦੀ ਵੀ ਆਪਾਂ ਗੱਲ ਕਰ ਲਈਏ. ਸੋ ਗਾਮਾ ਦੇ ਕੇਸ ਦੇ ਵਿੱਚ ਮਾਸ ਔਰ ਚਾਰਜ, ਜਿਹੜਾ ਚਾਰਜ ਹੁੰਦਾ ਹੈ ਬਿਕੋਜ਼ ਆਪਾਂ ਦੇਖਿਆ ਕਿ ਉਹਦੀ ਡਿਫਲੈਕਸ਼ਨ ਨਹੀਂ ਹੁੰਦੀ ਨਾ ਤਾਂ ਪੋਜ਼ਿਟਿਵ ਪਲੇਟ ਵੱਲ ਨਾ ਤਾਂ ਨੈਗੇਟਿਵ ਪਲੇਟ ਵੱਲ, ਸੋ ਜਿਹੜਾ ਉਹਦਾ ਚਾਰਜ ਹੈ ਦੈਟ ਇਜ਼ 0. ਉਸ ਤੋਂ ਬਾਅਦ ਮਾਸ ਦੀ ਗੱਲ ਕਰੀਏ, ਮਾਸ ਆਫ ਗਾਮਾ ਰੇ ਫੋਟੋਨ, ਬਿਕੋਜ਼ ਗਾਮਾ ਰੇਜ਼ ਨੂੰ ਆਪਾਂ ਵੇਵਸ ਬੋਲ ਰਹੇ ਹਾਂ, ਸੋ ਜਿਹੜਾ ਉਹਦੇ 'ਚ ਫੋਟੋਨ ਹੈ ਜਿਹਨੂੰ ਆਪਾਂ ਗਾਮਾ ਰੇ ਫੋਟੋਨ ਬੋਲਦੇ ਹਾਂ, ਉਹਦਾ ਜਿਹੜਾ ਮਾਸ ਹੈ ਦੈਟ ਇਜ਼ ਆਲਸੋ 0. ਸੋ ਪਹਿਲਾ ਚਾਰਜ, they are having no charge. then mass ਵੀ ਕੀ ਹੋ ਗਿਆ, gamma ray photon ਦਾ mass ਵੀ ਕੀ ਹੈ 0 ਹੈ. then velocity, so they travel with the velocity of light, so the velocity ਕਿੰਨੀ ਹੈ that is equal to small c. then penetration power, ਜਿਵੇਂ ਕਿ ਮੈਂ ਸ਼ੁਰੂ 'ਚ ਹੀ ਦੱਸਿਆ penetration power ਕੀ ਹੈ gamma ਦੇ ਕੇਸ ਦੇ ਵਿੱਚ maximum ਹੁੰਦੀ ਹੈ. then ionizing power ਕੀ ਹੋਏਗੀ ਗਾਮਾ ਦੇ ਕੇਸ ਦੇ ਵਿੱਚ ਲੀਸਟ ਹੋਏਗੀ, ਮਤਲਬ ਇਹ ਦੋਨੋਂ ਚੀਜ਼ਾਂ ਕੀ ਹਨ ਇੱਕ ਦੂਜੇ ਦੀਆਂ ਆਪੋਜ਼ਿਟ ਹਨ. ਪੈਨੀਟ੍ਰੇਸ਼ਨ ਮੈਕਸਿਮਮ ਹੈ ਲੇਕਿਨ ਆਇਨਾਈਜ਼ਿੰਗ ਪਾਵਰ ਕੀ ਹੋਏਗੀ ਉਹਦੀ ਘੱਟ ਹੋਏਗੀ. then range ਵੀ ਕੀ ਹੋਏਗੀ ਗਾਮਾ ਦੇ ਕੇਸ ਦੇ ਵਿੱਚ ਬਹੁਤ ਜ਼ਿਆਦਾ ਹੋਏਗੀ ਐਜ਼ ਕੰਪੇਅਰ ਟੂ ਅਲਫਾ ਐਂਡ ਬੀਟਾ ਪਾਰਟੀਕਲਸ. ਬਾਕੀ ਚੀਜ਼ਾਂ ਦੇ ਆਰ ਸੇਮ, ਦੇ ਕੈਨ ਆਲਸੋ ਅਫੈਕਟ ਦ ਫੋਟੋਗ੍ਰਾਫਿਕ ਪਲੇਟ, ਬਟ ਕੁਛ ਇੱਕ ਸਪੈਸੀਫਿਕ ਪਲੇਟ ਹੁੰਦੀ ਹੈ ਲਾਈਕ ਐਗਜ਼ਾਮਪਲ ਇਜ਼ ਵਿਲੀਮਾਈਟ, ਸੋ ਉਸ ਪਲੇਟ ਨੂੰ ਕੀ ਹਨ ਗਾਮਾ ਰੇਜ਼ ਦੇ ਕੈਨ ਇਫੈਕਟ. then they can also produce the fluorescence effect. and lastly, they are not affected by the electric and magnetic fields. so ਆਪਾਂ ਅਗਰ ਇਹ ਸਾਰਾ ਮੇਨ ਹੈਡਿੰਗਸ ਯਾਦ ਰੱਖਾਂਗੇ then ਉਹਦੇ ਅਕੋਰਡਿੰਗਲੀ ਆਪਾਂ ਕੀ ਹੈ ਉਹਦੀਆਂ ਪ੍ਰੋਪਰਟੀਜ਼ ਬਾਰੇ ਵੀ ਦੱਸ ਸਕਦੇ ਹਾਂ. ਸੋ ਇਹ ਸੀ ਆਪਣੀਆਂ ਪ੍ਰੋਪਰਟੀਜ਼ ਆਫ ਦ ਅਲਫਾ ਰੇਜ਼, ਪ੍ਰੋਪਰਟੀਜ਼ ਆਫ ਬੀਟਾ ਰੇਜ਼ ਐਂਡ ਪ੍ਰੋਪਰਟੀਜ਼ ਆਫ ਗਾਮਾ ਰੇਜ਼. ਸੋ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਜਸਟ ਰੇਡੀਓ ਐਕਟੀਵਿਟੀ ਨੂੰ ਡਿਸਕਸ ਕੀਤਾ ਹੈ ਕਿ ਕੀ ਹੁੰਦੀ ਹੈ, टाइप्स ऑफ रेडिएशंस देखियां और नाल दी नाल ओदियां आपां प्रॉपर्टीज देखियां. सो अगला लेक्चर हुण जिहड़ा है ਉਹਦੇ ਵਿੱਚ ਆਪਾਂ ਨੈਕਸਟ ਗੱਲ ਕਰਾਂਗੇ. ਸੋ ਅੱਜ ਦੇ ਲਈ ਫਿਲਹਾਲ ਇੰਨਾ ਹੀ ਕੰਮ ਹੈ. ਥੈਂਕ ਯੂ.